ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु के साजी निवाजी गुरु रूप गुरु प्यारी साध संगत जी हो। आप जी बड़भागी हो जो वैराग त्याग ते अनुराग दी मूरत तिलक जंजू दे राखे धर्म ध्वज धन 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 साहिब श्री गुरु तेग बहादुर महाराज जी दे पावन पवित्र महान अस्थान गुरुद्वारा दुख निवारण साहिब विखे हाजरा हजूर ज़ाहरा ज़हूर निर्मल ज्ञान दे सागर जगत गुरु जुगो जुगा टल साहिब श्री गुरु ग्रंथ साहिब महाराज जी की पावन पवित्र रूहानी गोद के अंदर जुड़ बैठ के अपने अमोलक जीवन नूं सफला कर रहे हो। सतगुरां दी दया दृष्टि दे नाल मडभागी गुरसिखा ने गुरु घर दे कीर्तनीय गुरसिखा पासों भावना सहित आशा की वार दे रसभिन्ने शब्द कीर्तन सरवण कीते हन। आओ जी उत्थे कुछ समय लई जो धन साहिब श्री गुरु ग्रंथ साहिब महाराज जी ने त्रुट करके अज सानू अमृत वेले पावन मुख वाक बख्शिश कीता है। अज दे इस पावन पवित्र मुख वाक दी विचार दे नाल जुड़िए। अज दे इस पावन मुख वाक दी विचार आप संगतां दे प्यार दे नाल अते समर्थ गुरु दी नदरे रहमत दे नाल होनी है। गुरु गरीब नवाज साहिब जी कृपा करन आप सीस ते रहमत भरिया हथ रख के आप विच वरत के सतगुरु जी अज दे इस पावन पवित्र गुरु शब्द दी विचार करवा लैण। आओ मन विरतियां नूं इकागर करते हुए ध्यान गुरु गरीब नवाज साहिब जी के चरनां विच जोड़ते हुए मन दी अते जिहवा दी पवित्रता दे लई प्यार दे विच भिज करके उचारण करो। आखो जी सतनाम श्री वाहिगुरु साहिब जी। फिर बख्शो आसीस ते आखो जी सतनाम श्री वाहिगुरु साहिब जी। सोरठ महला तीजा सो सिख सखा बंधप है पाई जे गुर के भाणे विच आवे। ये पावन पवित्र मुख वाक जिस दा मूल पाठ आप जी ने सरवण कीता है। निमाणियां दे मान निताणियां दे तान न्योटियां दी ओट निधरियां दी धिर निपत्तियां दी पत निलज्जियां दी लज। समर्थ गुरु साहिब श्री गुरु अमरदास पातशाह जी का उचारण किया होया। सोर ठराग दे अंदर धन धन साहिब श्री गुरु ग्रंथ साहिब महाराज जी के पावन पवित्र मुबारक अंग 601 आते 2 दे उपर सुभायमान है। धन साहिब श्री गुरु अमरदास पातशाह जी अज दे इस पावन पवित्र गुरु शब्द दे राही कृपा करते ने कि भाई गुरु के रिश्तेदार साख संबंधी भैन भराओ ने जिहड़े गुरु की रजा विच गुरु के भाणे विच चलते ने, जिहड़े
ਗੁਰੂ ਦੀ ਰਜ਼ਾ ਵਿੱਚ ਨਹੀਂ ਹਨ, ਉਹ ਭਾਵਾਂ ਗੁਰੂ ਘਰ ਦੇ ਵਿੱਚ ਉਹਨਾਂ ਨੇ ਜਨਮ ਲਿਆ, ਭਾਵਾਂ ਉਹ ਗੁਰੂ ਘਰ ਦੇ ਵਿੱਚ ਰਹਿੰਦੇ ਨੇ, ਸਾਹਿਬ ਜੀ ਕਹਿਣ ਲੱਗੇ ਉਹ ਗੁਰੂ ਕੇ ਸਿੱਖ ਨਹੀਂ ਹਨ। ਉਹ ਗੁਰੂ ਕੇ ਸਿੱਖ ਨੇ ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ, ਗੁਰੂ ਦੇ ਭਾਣੇ ਵਿੱਚ ਚੱਲਦੇ ਨੇ। ਜੋ ਆਪਣੇ ਭਾਣੇ ਵਿੱਚ ਚੱਲਦੇ ਨੇ ਤੇ ਗੁਰੂ ਤੋਂ ਟੁੱਟ ਕਰਕੇ ਦੁੱਖ ਪ੍ਰਾਪਤ ਕਰਦੇ ਨੇ, ਉਹ ਦੁਖੀ ਹੁੰਦੇ ਨੇ। ਹਰ ਇੱਕ ਮਨੁੱਖ ਜੀਵਨ ਦੇ ਅੰਦਰ ਸੁਖ ਚਾਹੁੰਦਾ ਹੈ ਕਿ ਮੈਨੂੰ ਸੁਖ ਪ੍ਰਾਪਤ ਹੋਵੇ, ਤੇ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਰਜ਼ਾ ਵਿੱਚ ਚੱਲਦੇ ਨੇ ਸੁਖ ਉਹਨਾਂ ਦੇ ਕੋਲ ਨੇ, ਜਿਹੜੇ ਗੁਰੂ ਤੋਂ ਟੁੱਟ ਜਾਂਦੇ ਨੇ, ਰਜ਼ਾ ਵਿੱਚ ਨਹੀਂ, ਉਹ ਦੁਖੀ ਹੁੰਦੇ ਨੇ। ਤੇ ਰਜ਼ਾ ਵਿੱਚ ਕੌਣ ਚੱਲਦੇ ਨੇ? ਸਤਿਗੁਰਾਂ ਨੇ ਪਾਵਨ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਦੁਆਰਾ ਕਿਰਪਾ ਕੀਤੀ ਹੈ। ਹਰ ਕੇ ਦਾਸ ਸੁਹੇਲੇ ਭਾਈ, ਸੁਹੇਲੇ ਦਾ ਅਰਥ ਹੈ ਸੁਖੀ। ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਨਾ, ਉਹ ਸਦਾ ਸੁਹੇਲੇ ਜੀਵਨ ਵਾਲੇ ਨੇ, ਸੁਖੀ ਜੀਵਨ ਵਾਲੇ ਨੇ, ਉਹ ਰਜ਼ਾ ਵਿੱਚ ਚੱਲਦੇ ਨੇ। ਜਿਹੜੇ ਰਜ਼ਾ ਵਿੱਚ ਚੱਲਦੇ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਗੁਰੂ ਆਪ ਕਿਰਪਾ ਕਰਕੇ ਜਨਮ ਜਨਮਾਤਰਾਂ ਦੇ ਪਾਪ ਕੱਟ ਦਿੰਦਾ ਹੈ। ਗੁਰੂ ਆਪ ਤਰੁੱਠ ਕਰਕੇ ਉਹਨਾਂ ਦੇ ਜੀਵਨ ਦੇ ਅੰਦਰੋਂ ਸਾਰੇ ਦੁੱਖ ਕੱਟ ਕੇ ਰੱਖ ਦਿੰਦਾ। ਜੀਵਨ ਦੇ ਅੰਦਰ ਸੁੱਖ ਹੀ ਸੁੱਖ ਵਸ ਜਾਂਦੇ ਨੇ। ਆਪ ਸਤਿਗੁਰੂ ਜੀ ਤਰਸ ਖਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਅਭੇਦ ਕਰ ਦਿੰਦਾ ਹੈ। ਉਹਨਾਂ ਦੇ ਜੀਵਨ ਦੇ ਅੰਦਰੋਂ ਸਾਰੇ ਬੰਧਨ ਸਮਰੱਥ ਗੁਰੂ ਜੀ ਕੱਟ ਦਿੰਦੇ ਨੇ। ਜੀਵਨ ਦੇ ਅੰਦਰ ਸਦਾ ਸੁਹੇਲਾਪਣ ਹੁੰਦਾ ਹੈ। ਕਿਸੇ ਪ੍ਰਕਾਰ ਦਾ ਬੰਧਨ ਉਹਨਾਂ ਦੇ ਜੀਵਨ ਵਿੱਚ ਨਹੀਂ ਰਹਿੰਦਾ। ਉਹ ਬੰਧਨ ਮੁਕਤ ਹੋ ਜਾਂਦੇ ਨੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਭਾਈ ਗੁਰੂ ਤਾਂ ਸਦਾ ਹੀ ਦਇਆਵਾਨ ਹੈ, ਸਦਾ ਹੀ ਰਹਿਮਤ ਕਰਦਾ ਹੈ। ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਉਹ ਰਹਿਮਤ ਪ੍ਰਾਪਤ ਕਰ ਲੈਂਦੇ ਨੇ। ਜਿਹੜੇ ਗੁਰੂ ਦੀ ਰਜ਼ਾ ਤੋਂ ਬਾਹਰ ਨੇ ਉਹ ਰਹਿਮਤ ਤੋਂ ਖਾਲੀ ਰਹਿ ਜਾਂਦੇ ਨੇ। ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਮੁਖ ਵਾਕ ਦੇ ਰਾਹੀਂ ਕਿਰਪਾ ਕਰ ਰਹੇ ਨੇ ਆਰੰਭਕ ਪੰਕਤੀਆਂ ਦੁਆਰਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਤੇ ਸਾਹਿਬ ਜੀ ਕਹਿਣ ਲੱਗੇ ਭਾਈ ਉਹੀ ਗੁਰੂ ਕਾ ਸਿੱਖ ਹੈ, ਉਹੀ ਮਿੱਤਰ ਹੈ, ਉਹੀ ਰਿਸ਼ਤੇਦਾਰ ਹੈ। ਇਹ ਭਾਈ ਕਿਹੜੇ? ਜੇ ਦਾ ਅਰਥ ਹੈ ਜਿਹੜੇ। ਗੁਰ ਕੇ ਭਾਣੇ ਵਿੱਚ ਆਵੇ, ਜਿਹੜੇ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਨੇ, ਉਹੀ ਗੁਰੂ ਕੇ ਸਿੱਖ ਨੇ, ਉਹੀ ਗੁਰੂ ਕੇ ਰਿਸ਼ਤੇਦਾਰ ਨੇ, ਉਹੀ ਗੁਰੂ ਕੇ ਮਿੱਤਰ ਨੇ। ਗੁਰੂ ਦਾ ਸਨੇਹ ਉਹਨਾਂ ਦੇ ਨਾਲ ਹੈ ਜਿਹੜੇ ਰਜ਼ਾ ਵਿੱਚ ਰਹਿੰਦੇ ਨੇ। ਜਿਹੜੇ ਰਜ਼ਾ ਵਿੱਚ ਨਹੀਂ ਰਹਿੰਦੇ ਉਹਨਾਂ ਦਾ ਰਸਤਾ ਵੱਖਰਾ ਤੇ ਗੁਰੂ ਦਾ ਰਸਤਾ ਵੱਖਰਾ ਹੋ ਜਾਂਦਾ ਹੈ। ਇੱਕ ਬੜੀ ਸੁੰਦਰ ਗਾਥਾ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਅੰਕਿਤ ਕੀਤੀ ਹੈ। ਸਾਹਿਬ ਸ੍ਰੀ ਗੁਰੂ ਕਲਗੀਧਰ ਪਿਤਾ ਜੀ ਦੇ ਕੋਲੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਭੀਮ ਚੰਦ ਦੀਆਂ ਫੌਜਾਂ ਚੜ੍ਹਾਈ ਕਰਕੇ ਆ ਰਹੀਆਂ ਨੇ। ਕਲਗੀਧਰ ਪਿਤਾ ਜੀ ਨੇ ਗੁਰਸਿੱਖਾਂ ਨੂੰ ਕਿਹਾ, ਗੁਰਸਿੱਖੋ ਕੋਈ ਗੱਲ ਨਹੀਂ, ਆਉਂਦੀਆਂ ਆਉਣ ਦਿਓ। ਤੁਸੀਂ ਇੱਕ ਕੰਮ ਕਰਨਾ, ਮੋਰਚਿਆਂ ਦੇ ਵਿੱਚ ਬੈਠ ਕਰਕੇ ਦੁਸ਼ਮਣੀ ਫੌਜ ਦੇ ਨਾਲ ਜੰਗ ਜੁੱਧ ਕਰਨਾ ਹੈ। ਮੋਰਚਿਆਂ ਨੂੰ ਛੱਡਣਾ ਨਹੀਂ, ਮੋਰਚਿਆਂ ਨੂੰ ਤਿਆਗ ਕਰਕੇ ਦੁਸ਼ਮਣੀ ਫੌਜ ਦੇ ਪਿੱਛੇ ਨਹੀਂ ਭੱਜਣਾ। ਸਤਿਗੁਰਾਂ ਨੇ ਹੁਕਮ ਕਰ ਦਿੱਤਾ ਹੈ। ਗੁਰਸਿੱਖਾਂ ਨੇ ਮੋਰਚੇ ਮੰਨ ਲਏ। ਭੀਮ ਚੰਦ ਦੀਆਂ ਫੌਜਾਂ ਆਈਆਂ ਤੇ ਗੁਰਸਿੱਖਾਂ ਨੇ ਐਸੀ ਮਾਰ ਮਾਰੀ ਤੇ ਭੀਮ ਚੰਦ ਦੀਆਂ ਫੌਜਾਂ ਹਾਰ ਖਾ ਕਰਕੇ ਦੌੜ ਗਈਆਂ। ਕੁਝ ਕੁ ਗੁਰਸਿੱਖਾਂ ਦੇ ਮਨ ਦੇ ਅੰਦਰ ਉਤਸ਼ਾਹ ਪੈਦਾ ਹੋਇਆ, ਕਿਉਂ ਨਾ ਭੰਜੇ ਜਾਂਦਿਆਂ ਨੂੰ 5-7 ਨੂੰ ਹੋਰਨਾਂ ਨੂੰ ਖਤਮ ਕਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ।
ਉਹ ਮੋਰਚੇ ਛੱਡ ਕਰਕੇ ਦੁਸ਼ਮਣੀ ਫੌਜਾਂ ਦੇ ਪਿੱਛੇ ਭੱਜ ਤੁਰੇ ਨੇ। ਜਦੋਂ ਕਾਫੀ ਦੂਰ ਲੰਘ ਗਏ ਨਾ, ਅੱਗੇ ਭੀਮ ਚੰਦ ਦੀ ਫੌਜ ਦੀ ਇੱਕ ਟੁਕੜੀ ਹੋਰ ਖਲੋਤੀ ਹੈ। ਇਹ ਭੱਜੇ ਜਾਂਦੇ ਉਹਨਾਂ ਦੇ ਵਿੱਚ ਜਾ ਕਰਕੇ ਮਿਲ ਗਏ ਨੇ। ਉਹਨਾਂ ਦੀ ਫੌਜ ਦੀ ਟੁਕੜੀ ਦੀ ਤਾਕਤ ਵੱਧ ਗਈ ਤੇ ਜਿਹੜੇ ਗੁਰਸਿੱਖ ਮਗਰ ਦੌੜੇ ਸਨ ਉਹਨਾਂ ਨੂੰ ਮਾਰਨ ਦੇ ਲਈ ਭੀਮ ਚੰਦ ਦੀ ਫੌਜ ਨੇ ਫਿਰ ਉਹਨਾਂ ਦੀ ਤਾਕਤ ਵਧਣ ਕਰਕੇ ਉਹਨਾਂ ਨੂੰ ਐਸੀ ਮਾਰ ਮਾਰੀ ਤੇ ਜਦੋਂ ਹਾਰ ਖਾ ਕਰਕੇ ਪਿੱਛੇ ਨੂੰ ਮੁੜ ਕੇ ਵੇਖਦੇ ਨੇ, ਇਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਘੋੜੇ ਦੀਆਂ ਬਾਗਾਂ ਆਨੰਦਪੁਰ ਸਾਹਿਬ ਨੂੰ ਕਰ ਲੈਂਦੇ ਨੇ। ਸਤਿਗੁਰੂ ਘੋੜਾ ਉਧਰ ਨੂੰ ਮੋੜ ਲੈਂਦੇ। ਗੁਰਸਿੱਖ ਵੇਖਦੇ ਨੇ ਕਿ ਸਤਿਗੁਰੂ ਜੀ ਤਾਂ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਨੇ, ਅਸੀਂ ਜੰਗ ਯੁੱਧ ਕਰ ਰਹੇ ਹਾਂ, ਦੁਸ਼ਮਣੀ ਫੌਜ ਸਾਨੂੰ ਮਾਰ ਰਹੀ ਹੈ। ਗੁਰਸਿੱਖਾਂ ਨੇ ਆਪਣੇ ਘੋੜੇ ਭਜਾਏ, ਬੜੇ ਦੌੜ ਕਰਕੇ ਘੋੜੇ ਭਜਾ ਕਰਕੇ ਕਲਗੀਧਰ ਪਿਤਾ ਜੀ ਦੇ ਕੋਲ ਆ ਗਏ ਨੇ। ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਿਵਾਸ ਸਾਹਿਬ ਜੀ ਨੇ ਉਹਨਾਂ ਦੀ ਗੱਲ ਨੂੰ ਨਾ ਸੁਣਿਆ। ਅੱਖੀਂ ਡਿੱਠਾ ਸਤਿਗੁਰੂ ਜੀ ਨੇ ਇਹ ਸਾਰਾ ਕੌਤਕ ਗੁਰਸਿੱਖਾਂ ਨੂੰ ਸੁਣਾਇਆ, ਦੱਸਿਆ। ਜਦੋਂ ਗਰੀਬ ਨਿਵਾਸ ਸਾਹਿਬ ਜੀ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਨਾ, ਫਿਰ ਉਹਨਾਂ ਵਿੱਚੋਂ ਇੱਕ ਗੁਰਸਿੱਖ ਨੇ ਘੋੜੇ ਦੇ ਅੱਗੇ ਲਕੀਰ ਵਾਹ ਦਿੱਤੀ। ਲਕੀਰ ਵਾਹ ਕਰਕੇ ਤੇ ਕਿਹਾ, ਤੈਨੂੰ ਗੁਰੂ ਦਾ ਵਾਸਤਾ ਹੈ, ਤੂੰ ਇਸ ਲਕੀਰ ਨੂੰ ਟੱਪਣਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਘੋੜੇ ਨੂੰ ਬੜਾ ਪ੍ਰੇਰਿਆ, ਪਰ ਘੋੜਾ ਉਹ ਲਕੀਰ ਨਾ ਟੱਪਿਆ। ਤੇ ਗੁਰਸਿੱਖ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਸਤਿਗੁਰੂ ਜੀ ਅਸੀਂ ਜੰਗ ਯੁੱਧ ਕਰ ਰਹੇ ਹਾਂ ਤੇ ਤੁਸੀਂ ਸਾਡਾ ਸਾਥ ਛੱਡ ਕਰਕੇ ਜਾ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਗੁਰਸਿੱਖੋ ਜਦੋਂ ਤੱਕ ਤੁਸੀਂ ਮੇਰੀ ਰਜ਼ਾ ਵਿੱਚ ਸੀ, ਮੇਰੇ ਹੁਕਮ ਵਿੱਚ ਸੀ, ਮੇਰੇ ਹੁਕਮ ਦੀ ਪਾਲਣਾ ਕਰ ਰਹੇ ਸੀ, ਮੈਂ ਤੁਹਾਡੇ ਨਾਲ ਖਲੋਤਾ ਸੀ, ਤੁਹਾਡੇ ਅੰਗ ਸੰਗ ਸੀ। ਪਰ ਜਦੋਂ ਤੁਸੀਂ ਮੇਰੇ ਹੁਕਮ ਦੀ ਪਰਵਾਹ ਨਹੀਂ ਕੀਤੀ, ਮੇਰੇ ਹੁਕਮ ਨੂੰ ਤਿਆਗ ਦਿੱਤਾ ਹੈ, ਤੁਸੀਂ ਮੋਰਚੇ ਛੱਡ ਕਰਕੇ ਦੁਸ਼ਮਣੀ ਫੌਜ ਦੇ ਪਿੱਛੇ ਭੱਜ ਤੁਰੇ, ਫਿਰ ਤੁਹਾਡਾ ਰਸਤਾ ਵੱਖਰਾ ਤੇ ਮੇਰਾ ਰਸਤਾ ਵੱਖਰਾ ਹੈ। ਫਿਰ ਮੇਰਾ ਤੁਹਾਡੇ ਨਾਲ ਸੰਬੰਧ ਹੀ ਕੋਈ ਨਹੀਂ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ, ਰਜ਼ਾ ਵਿੱਚੋਂ ਹੁਕਮ ਵਿੱਚੋਂ ਤੇ ਮੈਂ ਤੁਹਾਡੇ ਨਾਲ ਆ, ਅੰਗ ਸੰਗ ਹਾਂ। ਜਿਹੜੇ ਰਜ਼ਾ ਵਿੱਚ ਰਹਿੰਦੇ ਨੇ ਗੁਰੂ ਉਹਨਾਂ ਦੇ ਹਮੇਸ਼ਾ ਅੰਗ ਸੰਗ ਰਹਿੰਦਾ ਹੈ। ਜਿਹੜੇ ਰਜ਼ਾ ਵਿੱਚ ਨਹੀਂ, ਭਾਣੇ ਵਿੱਚ ਨਹੀਂ, ਉਹਨਾਂ ਦਾ ਤੇ ਗੁਰੂ ਦਾ ਰਸਤਾ ਅਲੱਗ-ਅਲੱਗ ਹੋ ਜਾਂਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਭਾਵਾਂ ਗੁਰੂ ਦੇ ਘਰ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕੀਤੀ ਹੋਵੇ ਤੇ ਜੇ ਗੁਰੂ ਦੇ ਭਾਣੇ ਵਿੱਚ ਨਹੀਂ ਨਾ, ਤੇ ਉਹ ਗੁਰੂ का रिश्तेदार भी नहीं है, गुरु का मित्र भी नहीं है, ते गुरु का सिख भी नहीं है। धन साहिब श्री गुरु अमरदास पातशाह जी ये किरपा कर रहे ने कि भई भाणे विच रहना है, रजा विच रहना है। हुण सतगुरां ने इत्थे भाणा शब्द वरतिया है ते असीं इस भाणे शब्द नूं ना किसी होर रूप दे विच वेखदे आ। भाणे शब्द नूं सिर्फ असीं दुखांत दे समय ते वरतदे आ। जदों जीवन दे विच कोई दुखांत आ जांदा ना, फिर कह दिंदे वाहिगुरू दा भाणा है। कोई ट्रेजिडी वापर गई, कोई पुरानी चढ़ाई कर गया ते भाणा शब्द वरतिया, कह दित्ता वाहिगुरू दा भाणा सी, ओहदी रजा सी। पर साहब गुरु अमरदास पातशाह जी कहन लगे, भाणा तो हर समय वरतदा है, हर पल वरतदा है। कोई ऐसा छिन नहीं है, कोई ऐसी घड़ी नहीं है जदों वाहिगुरू दा भाणा ना वरते, हर समय वरतदा है। सुख विच भी भाणा है ते दुख विच भी भाणा है। पर समझण दी लोड़ है, जिन्हां दे उपर गुरु दी रहमत हुंदी है, ये गुझियां गल्लां गुझे भेद उन्हां दी पकड़ विच आउंदे ने।
ਸਾਹਿਬ ਜੀ ਕਹਿਣ ਲੱਗੇ ਭਾਣਾ ਹਰ ਸਮੇਂ ਵਰਤਦਾ ਹੈ। ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਤੇ ਵਾਹਿਗੁਰੂ ਦਾ ਭਾਣਾ ਵਰਤਿਆ ਨਾ, ਤਾਂ ਹੀ ਬੱਚੇ ਨੇ ਜਨਮ ਲਿਆ। ਜੇ ਭਾਣਾ ਨਾ ਵਰਤਦਾ ਤੇ ਬੱਚੇ ਨੇ ਜਨਮ ਕਿੱਥੇ ਲੈਣਾ ਸੀ? ਨਹੀਂ ਸੀ ਲੈਣਾ। ਉਹਦਾ ਭਾਣਾ ਵਰਤਿਆ, ਬੱਚੇ ਨੇ ਜਨਮ ਲਿਆ, ਪਰਿਵਾਰ ਨੇ ਖੁਸ਼ੀਆਂ ਮਨਾਈਆਂ ਨੇ। ਕਿਸੇ ਦੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਹੋਵੇ ਤੇ ਆਪਾਂ ਇਹ ਸ਼ਬਦ ਯਾਦ ਕਰਕੇ ਵਰਤ ਦਈਏ ਨਾ, ਕਹਿ ਦਈਏ ਕਿ ਤੁਹਾਡੇ ਘਰੇ ਕੀ ਭਾਣਾ ਵਰਤਿਆ ਹੈ, ਉਹ ਮਨੁੱਖ ਤੁਹਾਡੇ ਗਲ ਪੈ ਜਾਏਗਾ, ਬੜੀਆਂ ਗਾਲਾਂ ਕੱਢੇਗਾ ਕਿ ਸਾਡੇ ਘਰ ਵਾਹਿਗੁਰੂ ਨੇ ਇੰਨੇ ਲੰਮੇ ਸਮੇਂ ਬਾਅਦ ਪੁੱਤਰ ਦੀ ਦਾਤ ਦਿੱਤੀ ਹੈ ਤੇ ਤੁਸੀਂ ਕਿਹੋ ਜਿਹੇ ਅਸ਼ੁਭ ਵਚਨ ਬੋਲ ਰਹੇ ਹੋ, ਕਿਹੋ ਜਿਹੀਆਂ ਅਣਹੋਣੀਆਂ ਗੱਲਾਂ ਕਰੀ ਜਾ ਰਹੇ ਹੋ। ਔਰ ਇਹ ਭਾਣੇ ਸ਼ਬਦ ਨੂੰ ਕੇਵਲ ਅਸੀਂ ਟ੍ਰੈਜਡੀ ਦੇ ਨਾਲ, ਮੌਤ ਦੇ ਨਾਲ ਹੀ ਜੋੜ ਦਿੱਤਾ ਹੈ, ਪਰ ਇਹ ਸਾਨੂੰ ਸਮਝ ਵਿੱਚ ਨਹੀਂ ਆਇਆ ਇਹ ਭਾਣਾ ਸ਼ਬਦ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਗੁਰਸਿੱਖਾ ਗੱਲ ਚੇਤੇ ਰੱਖ, ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਆਪਾਂ ਹਰ ਰੋਜ਼ ਪੜ੍ਹਦੇ ਆ ਨਾ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਵਾਹਿਗੁਰੂ ਦਾ ਭਾਣਾ ਵਰਤਿਆ, ਪਰਿਵਾਰ ਨੇ ਖੁਸ਼ੀਆਂ ਮਨਾਈਆਂ, ਬੱਚੇ ਨੇ ਜਨਮ ਲਿਆ ਹੈ, ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ ਹੈ। ਅਸੀਂ ਸਿਰਫ ਵਾਹਿਗੁਰੂ ਦਾ ਭਾਣਾ ਉਹ ਮੰਨਦੇ ਆ, ਹੁਕਮ ਉਹ ਮੰਨਦੇ ਆ ਜਿਹੜਾ ਸਾਡੇ ਫੇਵਰ ਵਿੱਚ ਹੋਵੇ, ਸਾਡੇ ਭਲੇ ਵਾਸਤੇ ਹੋਵੇ, ਸਾਡੇ ਲਈ ਚੰਗਾ ਹੋਵੇ, ਉਹੀ ਵਰਤਦੇ ਆ। ਦੂਸਰਾ ਹੁਕਮ ਮੰਨਣ ਦੇ ਲਈ ਵੀ ਤਿਆਰ ਨਹੀਂ ਆ। ਜਿਹੜਾ ਸਾਡੇ ਫੇਵਰ ਵਿੱਚ ਨਹੀਂ ਨਾ, ਅਸੀਂ ਕਹਿ ਦਿੰਦੇ ਇਹ ਹੁਕਮ ਸਾਡੇ ਵਾਸਤੇ ਨਹੀਂ ਹੈ। ਅਸੀਂ ਆਪਣੇ ਵਾਸਤੇ, ਜਿਹੜਾ ਸਾਡੇ ਭਲੇ ਵਾਸਤੇ ਆ, ਉਹ ਹੁਕਮ ਵਰਤਦੇ ਆ, ਉਹੀ ਮੰਨਦੇ ਆ, ਦੂਜਾ ਨਹੀਂ ਮੰਨਦੇ। ਔਰ ਇੱਕ ਫਕੀਰ ਦਾ ਇੱਕ ਚੇਲਾ ਹੈ ਤੇ ਉਸ ਫਕੀਰ ਨੇ ਆਪਣੇ ਚੇਲੇ ਨੂੰ ਕਿਹਾ ਕਿ ਨਗਰ ਦੇ ਵਿੱਚ ਜਾ, ਕੁਝ ਆਟਾ ਲੈ ਕਰਕੇ ਆ, ਕੋਈ ਦਾਲ ਲੈ ਕੇ ਆ, ਭਿੱਖਿਆ ਮੰਗ ਕੇ ਲੈ ਕੇ ਆਪਾਂ ਪ੍ਰਸ਼ਾਦਾ ਤਿਆਰ ਕਰੀਏ, ਕੋਈ ਭੋਜਨ ਤਿਆਰ ਕਰੀਏ। ਉਹ ਚੇਲਾ ਕਹਿਣ ਲੱਗਿਆ ਫਕੀਰ ਜੀ, ਗੁਰੂ ਜੀ, ਇਹ ਕਿਵੇਂ ਹੋ ਸਕਦਾ? ਮੈਂ ਤੁਹਾਡੇ ਨਾਲੋਂ ਵਿਛੜਨਾ ਨਹੀਂ ਚਾਹੁੰਦਾ, ਮੈਂ ਦੂਰ ਨਹੀਂ ਜਾਣਾ ਚਾਹੁੰਦਾ। ਜੇ ਮੈਂ ਨਗਰ ਵਿੱਚ ਜਾਵਾਂਗਾ ਤੁਹਾਡੇ ਨਾਲ ਮੇਰਾ ਵਿਛੋੜਾ ਪੈ ਜਾਏਗਾ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਨਗਰ ਵਿੱਚ ਨਹੀਂ ਜਾ ਸਕਦਾ, ਤੁਹਾਡੇ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ। ਉਹ ਫਕੀਰ ਚੁੱਪ ਕਰ ਗਏ ਨੇ। ਥੋੜੇ ਸਮੇਂ ਬਾਅਦ ਬੜੇ ਜ਼ੋਰ ਦੀ ਮੋਹਲੇ ਧਾਰ ਵਰਖਾ ਆਈ। ਜਿਹੜੀ ਝੌਂਪੜੀ ਦੇ ਵਿੱਚ ਉਹ ਬੈਠੇ ਸਨ ਉਹ ਚੋਣ ਲੱਗ ਪਈ। ਫਕੀਰ ਕਹਿਣ ਲੱਗਿਆ, ਬੇਟਾ ਇਸ ਤਰ੍ਹਾਂ ਕਰ, ਤੂੰ ਇਹਦੇ ਛੱਤ ਦੇ ਉੱਪਰ ਚੜ੍ਹ, ਤੈਨੂੰ ਮੈਂ ਕੁਝ ਮਿੱਟੀ ਦੇ ਬੱਠਲ ਫੜਾਉਣਾ ਹੈ ਤੇ ਇਹ ਛੱਤ ਚੋਹ ਰਹੀ ਹੈ ਤੇ ਉੱਪਰ ਮਿੱਟੀ ਪਾ ਦੇ, ਇਹ ਚੋਣੋਂ ਬੰਦ ਹੋ ਜਾਏਗੀ। ਤੇ ਚੇਲਾ ਕਹਿਣ ਲੱਗਿਆ, ਗੁਰੂ ਜੀ ਇਹ ਕਿਵੇਂ ਹੋ ਸਕਦਾ? ਤੁਸੀਂ ਥੱਲੇ ਹੋਵੋ ਤੇ ਮੈਂ ਉੱਪਰ ਜਾਵਾਂ, ਮੈਂ ਐਸੀ ਅਵਗਿਆ ਨਹੀਂ ਕਰ ਸਕਦਾ, ਮੈਂ ਛੱਤ ਤੇ ਨਹੀਂ ਚੜ੍ਹ ਸਕਦਾ, ਤੁਸੀਂ ਥੱਲੇ ਖਲੋਤੇ ਹੋਵੋ, ਬੱਠਲ ਫੜਾਵੋ ਤੇ ਠੀਕ ਨਹੀਂ ਹੈ। ਉਹ ਫਕੀਰ ਕਹਿਣ ਲੱਗੇ, ਕੋਈ ਗੱਲ ਨਹੀਂ ਬੇਟਾ। ਫਿਰ ਥੋੜੇ ਸਮੇਂ ਬਾਅਦ ਵਰਖਾ ਹਟੀ ਤੇ ਕੋਈ ਬੀਬੀ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਈ ਤੇ ਉਹ ਗੁਰਮੁਖ ਪਿਆਰੇ ਕਹਿਣ ਲੱਗੇ, ਫਕੀਰ ਕਹਿਣ ਲੱਗੇ, ਬੇਟਾ ਪ੍ਰਸ਼ਾਦੇ ਆਏ ਨੇ, ਪ੍ਰਸ਼ਾਦੇ ਛਕ ਲੈ। ਹੁਣ ਚੇਲਾ ਕਹਿਣ ਲੱਗਿਆ, ਗੁਰੂ ਜੀ ਇਹ ਤੁਹਾਡਾ ਤੀਸਰਾ ਹੁਕਮ ਹੈ, ਦੋ ਹੁਕਮ ਹੈ ਤੁਹਾਡੇ ਮੰਨੇ ਕੋਈ ਨਹੀਂ, ਆ ਤੀਸਰਾ ਹੁਕਮ ਹੈ, ਇਹ ਮੈਂ ਮੋੜਨਾ ਕੋਈ ਨਹੀਂ, ਇਹ ਠੀਕ ਹੈ ਮੇਰੇ ਲਈ, ਸੱਤ ਹੈ ਮੈਂ ਭੋਜਨ ਛਕ ਲੈਣਾ। ਅਸੀਂ ਉਹ ਹੁਕਮ ਮੰਨਦੇ ਹਾਂ ਜਿਹੜੇ ਸਾਡੇ ਫੇਵਰ ਵਿੱਚ ਹੋਵੇ ਤੇ ਦੂਸਰਾ ਮੰਨਣ ਦੇ ਲਈ ਤਿਆਰ ਹੀ ਨਹੀਂ ਹੈ। ਜਿਸ ਹੁਕਮ ਦੇ ਵਿੱਚੋਂ ਥੋੜਾ ਕਸ਼ਟ ਆਉਂਦਾ ਹੋਵੇ ਨਾ, ਥੋੜਾ ਦੁੱਖ ਆਉਂਦਾ ਹੋਵੇ, ਉਹ ਮੰਨਣ ਦੇ ਲਈ ਵੀ ਤਿਆਰ ਨਹੀਂ ਹੈ। ਜਿਹੜਾ ਸਾਡੇ ਫੇਵਰ ਦੇ ਵਿੱਚ ਆ ਉਹ ਮੰਨਣ ਦੇ ਲਈ ਤਿਆਰ ਹੈ।
ਇਸ ਭਾਣੇ ਨੂੰ ਅਸੀਂ ਸਮਝਿਆ ਕੋਈ ਨਹੀਂ, ਹੁਕਮ ਨੂੰ ਸਮਝਿਆ ਕੋਈ ਨਹੀਂ ਹੈ, ਇਹ ਸਾਡੀ ਪਕੜ ਵਿੱਚ ਹੀ ਨਹੀਂ ਆਇਆ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਭਾਈ ਜਿਹੜੇ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਨੇ ਉਹੀ ਗੁਰੂ ਕੇ ਰਿਸ਼ਤੇਦਾਰ ਨੇ, ਉਹੀ ਸੰਬੰਧੀ ਨੇ, ਉਹੀ ਸਿੱਖ ਨੇ। ਆਪਣਾ ਭਾਣਾ ਜੋ ਚੱਲੈ ਭਾਏ, ਵਿਛੜ ਝੋਟਾਂ ਖਾਵੈ। ਸਾਹਿਬ ਕਹਿਣ ਲੱਗੇ, ਭਾਈ ਜਿਹੜੇ ਆਪਣੀ ਮਨ ਮਰਜ਼ੀ ਕਰਦੇ ਨੇ, ਆਪਣੇ ਮਨ ਦੇ ਪਿੱਛੇ ਲੱਗੇ ਹੋਏ ਨੇ, ਆਪਣੀ ਮਨਮਤੀ ਕਰੀ ਜਾ ਰਹੇ ਨੇ, ਆਪਣੇ ਮਨ ਦੇ ਪਿੱਛੇ ਲੱਗੇ ਹੋਏ, ਉਹ ਮਨੁੱਖ ਗੁਰੂ ਤੋਂ ਟੁੱਟ ਕਰਕੇ, ਗੁਰੂ ਤੋਂ ਵਿਛੜ ਕਰਕੇ ਦੁੱਖ ਪਾਉਂਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਕਦੇ ਸੁੱਖ ਨਹੀਂ ਆਉਂਦੇ। ਸੁੱਖ ਅਸੀਂ ਸਾਰੇ ਚਾਹੁੰਦੇ ਆ ਕਿ ਸਾਨੂੰ ਸੁੱਖ ਮਿਲੇ। ਸਾਡੀ ਸਾਰਿਆਂ ਦੀ ਦੌੜ ਭੱਜ ਜਿੰਨੀ ਹੈ ਨਾ, ਸਾਰੀ ਸੁੱਖਾਂ ਦੇ ਲਈ ਹੈ। ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਦੀ ਸਾਰੀ ਦੌੜ ਭੱਜ ਸੁੱਖਾਂ ਦੇ ਲਈ ਹੈ ਕਿ ਸਾਨੂੰ ਸੁੱਖ ਪ੍ਰਾਪਤ ਹੋਣਾ। ਜਿੰਨੀਆਂ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਕਰਦੇ ਹਾਂ, ਮੰਦਰਾਂ ਵਿੱਚ, ਮਸੀਤਾਂ ਦੇ ਵਿੱਚ, ਧਾਰਮਿਕ ਸਥਾਨਾਂ ਤੇ ਜਾ ਕਰਕੇ ਅਰਜ਼ੋਈਆਂ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਇਹ तमाम ਪ੍ਰੇਅਰ ਦੇ ਵਿੱਚ ਬੇਨਤੀਆਂ, ਅਰਜ਼ੋਈਆਂ, ਅਰਦਾਸਾਂ ਦੇ ਵਿੱਚ ਪਿੱਛੇ ਸੁੱਖ ਹੀ ਖਲੋਤਾ ਹੈ ਕਿ ਸਾਨੂੰ ਸੁੱਖ ਪ੍ਰਾਪਤ ਹੋਵੇ। ਕੋਈ ਪੁੱਤਰ ਦੀ ਜਾਚਨਾ ਕਰਦਾ ਹੈ ਕਿ ਬੁਢੇਪੇ ਦੇ ਵਿੱਚ ਇਹ ਪੁੱਤਰ ਸਾਡੇ ਬੁਢੇਪੇ ਦੇ ਵਿੱਚ ਸਹਾਇਤਾ ਕਰੇਗਾ, ਮਦਦ ਕਰੇਗਾ, ਬੁਢੇਪਾ ਸਾਡਾ ਸੌਖਾ ਗੁਜ਼ਰ ਜਾਏਗਾ। ਹਰ ਅਰਦਾਸ ਦੇ ਪਿੱਛੇ ਸੁੱਖ ਖਲੋਤੇ ਨੇ, ਕੋਈ ਐਸੀ ਅਰਦਾਸ ਨਹੀਂ ਜਿਹਦੇ ਪਿੱਛੇ ਸੁੱਖ ਨਾ ਖਲੋਤੇ ਹੋਣ। ਸੁੱਖਾਂ ਦੀ ਲਾਲਸਾ ਹਰ ਮਨੁੱਖ ਚਾਹੁੰਦਾ ਹੈ ਮੈਨੂੰ ਸੁੱਖ ਪ੍ਰਾਪਤ ਹੋਣਾ। ਜੇ ਮਨੁੱਖੀ ਜਗਤ ਨੂੰ ਛੱਡੀਏ ਤੇ ਪੰਖੇਰੂ ਜਗਤ ਵਿੱਚ ਨਜ਼ਰ ਮਾਰੀਏ ਨਾ, ਤੇ ਪੰਖੇਰੂ ਜਗਤ ਵਿੱਚ ਵੀ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਦੀ ਸਾਰੀ ਦੌੜ ਭੱਜ ਉਹਨਾਂ ਦੀ ਵੀ ਸੁੱਖਾਂ ਦੇ ਲਈ ਹੈ। ਪੰਛੀ ਆਪਣੇ ਰਹਿਣ ਦੇ ਲਈ ਇੱਕ ਇੱਕ ਤੀਲਾ ਇਕੱਠਾ ਕਰਦੇ ਨੇ ਤੇ ਆਲਣਾ ਬਣਾਉਂਦੇ ਨੇ, ਆਪਣਾ ਮਕਾਨ ਬਣਾਉਂਦੇ ਨੇ, ਘਰ ਬਣਾਉਂਦੇ ਨੇ ਕਿ ਇਸ ਘਰ ਦੇ ਵਿੱਚ ਅਸੀਂ ਸੁੱਖਾਂ ਨਾਲ ਰਵਾਂਗੇ, ਸਾਡਾ ਪਰਿਵਾਰ ਸੁੱਖਾਂ ਨਾਲ ਰਹੇਗਾ। ਤੇ ਮਨੁੱਖ ਆਪਣਾ ਘਰ ਬਣਾਉਂਦਾ ਤੇ ਉਹ ਵੀ ਸੁੱਖਾਂ ਦੇ ਲਈ ਕਿ ਇੱਥੇ ਮੈਂ ਸੁੱਖਾਂ ਨਾਲ ਜ਼ਿੰਦਗੀ ਬਸਰ ਕਰਾਂਗਾ, ਪਰਿਵਾਰ ਸੁੱਖਾਂ ਨਾਲ ਰਹੇਗਾ। ਪੰਖੇਰੂ ਵੀ ਆਪਣਾ ਆਲਣਾ ਬਣਾਉਂਦੇ ਨੇ, ਘਰ ਬਣਾਉਂਦੇ ਨੇ, ਤੀਲਾ ਤੀਲਾ ਇਕੱਠਾ ਕਰਦੇ ਨੇ ਤੇ ਉਹਨਾਂ ਦੇ ਪਿੱਛੇ ਵੀ ਸੁੱਖ ਖਲੋਤਾ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਕੋਈ ਵੀ ਐਸਾ ਨਹੀਂ ਹੈ ਜਿਹਦੇ ਪਿੱਛੇ ਸੁੱਖਾਂ ਦੇ ਲਾਲਸਾ ਨਾ ਹੋਵੇ। ਹਰ ਮਨੁੱਖ, ਹਰ ਪੰਖੇਰੂ, ਹਰ ਪਸ਼ੂ ਚਾਹੁੰਦਾ ਮੈਨੂੰ ਸੁੱਖ ਮਿਲਣਾ, ਆਨੰਦ ਮਿਲੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਭਾਈ ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਸਦੀਵੀ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ, ਤੇ ਜਿਹੜੇ ਗੁਰੂ ਦੀ ਰਜ਼ਾ ਵਿੱਚ ਨਹੀਂ ਚੱਲਦੇ, ਗੁਰੂ ਦੇ ਭਾਣੇ ਵਿੱਚ ਨਹੀਂ ਚੱਲਦੇ, ਉਹ ਮਨੁੱਖ ਗੁਰੂ ਤੋਂ ਵਿਛੜ ਕਰਕੇ ਦੁਖੀ ਹੁੰਦੇ ਨੇ, ਚੋਟਾਂ ਖਾਂਦੇ ਹਨ, ਠੋਕਰਾਂ ਖਾਂਦੇ ਹਨ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫੇਰ ਫੇਰ ਪਛੋਤਾਵੈ। ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਭਾਈ ਬਿਨਾਂ ਸੱਚੇ ਸਾਹਿਬ ਤੋਂ, ਬਿਨਾਂ ਸਤਿਗੁਰੂ ਤੋਂ ਜੀਵਨ ਦੇ ਅੰਦਰ ਕਦੇ ਵੀ ਸੁੱਖ ਨਹੀਂ ਆਉਂਦਾ, ਕਦੇ ਵੀ ਆਨੰਦ ਨਹੀਂ ਆਉਂਦਾ। ਸੁੱਖ ਮਿਲੇਗਾ ਤੇ ਸਤਿਗੁਰੂ ਦੀ ਸ਼ਰਨ ਵਿੱਚੋਂ ਮਿਲੇਗਾ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਜਿਸ ਦੀ ਵੀ ਸੁੱਖ ਚਾਹੁੰਦਾ, ਹਮੇਸ਼ਾ ਸੁੱਖ ਚਾਹੁੰਦਾ ਤੇ ਗੁਰਸਿੱਖਾ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ। ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਤੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਬਿਨਾਂ ਸਤਿਗੁਰੂ ਤੋਂ ਸੁੱਖ ਨਹੀਂ ਮਿਲਨੇ। ਤੇ ਮਨੁੱਖ ਬਿਨਾਂ ਸਤਿਗੁਰੂ ਤੋਂ ਨਾ ਸੁੱਖਾਂ ਦੀ ਲਈ ਦੌੜ ਭੱਜ ਕਰਦਾ ਹੈ, ਬੜੀ ਮਾਇਆ ਇਕੱਠੀ ਕਰਦਾ ਹੈ, ਬੜੇ ਪਾਪ ਕਮਾਉਂਦਾ ਹੈ, ਕਿਉਂਕਿ ਪਾਪਾਂ ਤੋਂ ਬਿਨਾਂ ਤਾਂ ਮਾਇਆ ਇਕੱਠੀ ਨਹੀਂ ਨਾ ਹੁੰਦੀ।
ਗੁਰੂ ਸਾਹਿਬ ਨੇ ਬਚਨ ਕੀਤੇ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਮਨੁੱਖ ਬੜੇ ਪ੍ਰਪੰਚ ਕਰਕੇ ਮਾਇਆ ਇਕੱਠੀ ਕਰਦਾ ਕਿ ਸ਼ਾਇਦ ਮੈਨੂੰ ਸੁੱਖ ਮਿਲ ਜਾਏ, ਆਨੰਦ ਮਿਲ ਜਾਏ, ਤੇ ਸਾਹਿਬ ਜੀ ਕਹਿਣ ਲੱਗੇ ਸੁੱਖ ਨਹੀਂ ਮਿਲਦਾ। ਬਹੁਤਾ ਧਨ ਇਕੱਠਾ ਕਰਕੇ ਨਾ ਸੁੱਖ ਨਹੀਂ ਮਿਲਦਾ। ਪਾਪਾਂ ਨਾਲ ਕਮਾਈ ਇਕੱਠੀ ਕੀਤੀ, ਬਹੁਤ ਬੈਂਕ ਬੈਲੈਂਸ ਬਣਾਏ, ਬੜੀ ਮਾਇਆ ਇਕੱਠੀ ਕੀਤੀ, ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਜਿਹਦੇ ਘਰ ਦੇ ਵਿੱਚ ਬਹੁਤ ਸਾਰੀ ਮਾਇਆ, ਬੜੇ ਪਾਪ ਕਮਾ ਕੇ ਮਾਇਆ ਇਕੱਠੀ ਕੀਤੀ ਹੈ ਨਾ ਸੁੱਖਾਂ ਦੀ ਲਾਲਸਾ ਦੇ ਲਈ, ਉਹ ਵੀ ਦੁਖੀ ਨੇ, ਉਹ ਵੀ ਦੁਖੀ ਨੇ। ਉਹਨਾਂ ਦੇ ਮਨ ਦੇ ਅੰਦਰ ਵੀ ਅੱਜ ਟੈਨਸ਼ਨ ਹੀ ਹੈ, ਚਿੰਤਾ ਹੀ ਚਿੰਤਾ ਹੈ। ਸਤਿਗੁਰੂ ਜੀ ਕਹਿਣ ਲੱਗੇ ਜਿਸ ਗ੍ਰਹਿ ਬਹੁਤੀ ਤਿਸੇ ਗ੍ਰਹਿ ਚਿੰਤਾ। ਉਹ ਦੁਖੀ ਨੇ, ਚਿੰਤਾ ਦੇ ਵਿੱਚ ਨੇ, ਬਹੁਤੀ ਮਾਇਆ ਇਕੱਠੀ ਕੀਤੀ ਹੈ ਨਾ, ਬੜੇ ਦੁਖੀ ਨੇ। ਤੇ ਪੋਲਿਟਿਕਸ ਵਾਲੇ ਕਰਦੇ ਨੇ ਕਿ ਜਿਹੜਾ ਉਹਨਾਂ ਦੇ ਨਾਲ ਨਾ ਮਿਲ ਕੇ ਚੱਲੇ ਨਾ, ਉਹ ਕਹਿੰਦੇ ਨੇ ਮੈਂ ਏਡੀ ਦੀ ਰੇਡ ਮਰਵਾ ਦੇਣੀ ਹੈ, ਤੇ ਉਹ ਵੀ ਦੁਖੀ ਰਹਿੰਦੇ ਨੇ। ਟੈਨਸ਼ਨ ਹੀ ਪਈ ਰਹਿੰਦੀ ਹੈ ਕਿਤੇ ਹੁਣ ਵੀ ਏਡੀ ਦੀ ਰੇਡ ਨਾ ਪੈ ਜਾਏ, ਹੁਣ ਵੀ ਇਧਰੋਂ ਕਿਤੇ ਰੇਡ ਨਾ ਪੈ ਜਾਏ, ਉਧਰੋਂ ਨਾ ਪੈ ਜਾਏ। ਉਹ ਵੀ ਟੈਨਸ਼ਨ ਵਿੱਚ ਹੀ ਹੈ ਕਿ ਇੰਨੀ ਮਾਇਆ ਕਿੱਥੋਂ ਜੋੜੀ ਹੈ, ਕਿਵੇਂ ਆਈ। ਤੁਹਾਡੇ ਪੜਦਾਦੇ ਦੇ ਕੋਲੇ ਤਾਂ ਇੰਨੀ ਜ਼ਮੀਨ ਸੀ, ਇੰਨੀ ਜਾਇਦਾਦ ਸੀ, ਤੁਹਾਡੇ ਪਿਤਾ ਦੇ ਕੋਲੇ ਆਹ ਕੁਝ ਸੀ, ਤੇ ਤੁਹਾਡੇ ਕੋਲੇ ਇੰਨੀ ਜ਼ਮੀਨ ਕਿਵੇਂ ਬਣੀ ਹੈ, ਇੰਨਾ ਬੈਂਕ ਬੈਲੈਂਸ ਕਿੱਥੋਂ ਬਣਿਆ ਹੈ, ਕਿਵੇਂ ਇਕੱਠਾ ਕੀਤਾ ਹੈ। ਉਹ ਚਿੰਤਾ ਵਿੱਚ ਹੀ ਰਹਿੰਦੇ ਨੇ, ਹਮੇਸ਼ਾ ਫਿਕਰਾਂ ਵਿੱਚ ਹੀ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਤੇ ਸਾਹਿਬ ਜੀ ਕਹਿਣਗੇ ਬਹੁਤੀ ਮਾਇਆ ਇਕੱਠੀ ਕਰਕੇ ਵੀ ਸੁਖੀ ਨਹੀਂ, ਜਿਸ ਗ੍ਰਹਿ ਬਹੁਤੀ ਤਿਸੇ ਗ੍ਰਹਿ ਚਿੰਤਾ। ਉਹ ਬੜੇ ਦੁਖੀ ਨੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਬਹੁਤੇ ਦੇਸ਼ ਵਿਦੇਸ਼ ਜਿੱਤ ਕਰਕੇ ਵੀ ਸੁਖੀ ਨਹੀਂ ਹੁੰਦੇ, ਉਹ ਵੀ ਦੁਖੀ ਨੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਨ੍ਰਿਤ ਨਾਟਕ ਵੇਖ ਕਰਕੇ ਵੀ ਸੁਖੀ ਨਹੀਂ, ਉਹਦੇ ਵਿੱਚੋਂ ਵੀ ਸੁੱਖ ਨਹੀਂ ਮਿਲਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਫਿਰ ਸੁੱਖ ਕਿਵੇਂ ਮਿਲਦਾ ਹੈ। ਸਾਹਿਬ ਕਹਿਣ ਲੱਗੇ ਵਾਹਿਗੁਰੂ ਦੇ ਗੁਣ ਗਾਓ, ਨਿਰੰਕਾਰ ਦੀ ਸਿਫਤ ਸਲਾਹ ਕਰੋ, ਉਹਦੇ ਵਿੱਚ ਸੁੱਖ ਮਿਲਦੇ ਨੇ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ। ਤੇ ਸੁਖ ਕਿਵੇਂ ਮਿਲਦਾ? ਸਾਹਿਬ ਜੀ ਕਹਿ ਲਗੇ ਸਰਬ ਸੁਖਾ ਹਰ ਹਰ ਗੁਣ ਗਾਏ, ਵਾਹਿਗੁਰੂ ਦੇ ਗੁਣ ਗਾਇਆ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਤੇ ਵਾਹਿਗੁਰੂ ਦੇ ਗੁਣਾਂ ਦੀ ਦਾਤ ਕਿੱਥੋਂ ਮਿਲਦੀ ਹੈ? ਉਹ ਸੱਚੇ ਸਤਿਗੁਰੂ ਦੇ ਕੋਲੋਂ ਮਿਲਦੀ ਹੈ। ਤੇ ਸਤਿਗੁਰੂ ਤੋਂ ਬਿਨਾਂ ਸੁੱਖ ਕੋਈ ਨਹੀਂ ਜੀਵਨ ਦੇ ਅੰਦਰ। ਤੇ ਸਾਹਿਬ ਜੀ ਕਹਿਣ ਲੱਗੇ ਜੇ ਸੁੱਖ ਚਾਹੁੰਦਾ ਤੇ ਸਤਿਗੁਰੂ ਦੀ ਸ਼ਰਨ ਵਿੱਚ ਆ, ਸੁੱਖ ਪ੍ਰਾਪਤ ਹੋਣਗੇ। ਤੇ ਗੁਰੂ ਦੀ ਸ਼ਰਨ ਨੂੰ ਤਿਆਗ ਦਈਏ ਤੇ ਜੀਵਨ ਦੇ ਅੰਦਰ ਦੁੱਖ ਹੀ ਦੁੱਖ ਨੇ। ਗੁਰੂ ਨੇ ਸਾਡੇ ਚਾਰ ਸਪੇਰੇ ਨਾ ਇੱਕ ਨਾਮ ਦੀ ਹੁਕਮ ਦੀ ਇੱਕ ਲਕੀਰ ਵਾਹੀ ਹੈ, ਲਕੀਰ ਵਾਹੀ ਹੈ। ਤੇ ਉਸ ਲਕੀਰ ਦੇ ਵਿੱਚ ਰਵਾਂਗੇ ਤੇ ਸੁੱਖ ਹੈ, ਉਸ ਲਕੀਰ ਤੋਂ ਬਾਹਰ ਜਾਵਾਂਗੇ, ਹੁਕਮ ਰੂਪੀ ਲਕੀਰ ਤੋਂ ਬਾਹਰ ਜਾਵਾਂਗੇ ਦੁੱਖ ਨੇ। ਆਪਾਂ ਸਾਰੇ ਜਾਣਦੇ ਆ ਨਾ, ਲਕਸ਼ਮਣ ਨੇ ਸੀਤਾ ਦੇ ਅੱਗੇ ਇੱਕ ਲਕੀਰ ਵਾਹੀ ਸੀ ਕਿ ਤੂੰ ਆ ਲਕੀਰ ਨਹੀਂ ਟੱਪਣਾ, ਲਕੀਰ ਦੇ ਅੰਦਰ ਰਹੇਗੀ ਤੇ ਸੁੱਖ ਹੈ। ਤੇ ਜਿੰਨਾ ਚਿਰ ਉਹ ਲਕੀਰ ਦੇ ਅੰਦਰ ਰਹੀ ਤੇ ਸੁੱਖ ਸੀ, ਜਦੋਂ ਉਹ ਲਕੀਰ ਤੋਂ ਬਾਹਰ ਨਿਕਲੀ ਤੇ ਦੁੱਖ, ਜੀਵਨ ਦੁਖੀ ਹੋ ਗਿਆ। ਬਹੁਤ ਵੱਡੀ ਫਿਰ ਭਿਆਨਕ ਜੰਗ ਹੋਈ ਦੁੱਖਾਂ ਦੇ ਵਿੱਚ ਹੀ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿ ਲਗੇ ਗੁਰਸਿੱਖਾ ਵਾਹਿਗੁਰੂ ਦੇ ਨਾਮ ਦੀ ਲਕੀਰ ਤੇਰੇ ਚਾਰ ਸਵੇਰੇ ਵਾਹੀ ਹੋਈ ਹੈ, ਇਸ ਲਕੀਰ ਦੇ ਵਿੱਚ ਰਹੇਗਾ ਤੇ ਸਦਾ ਹੀ ਸੁੱਖ ਹੈ, ਭਾਣੇ ਵਿੱਚ ਰਹੇਗਾ ਤੇ ਸੁੱਖ ਨੇ, ਇਹ ਤੋਂ ਬਾਹਰ ਜਾਏਗਾ ਤੇ ਦੁੱਖ ਹੀ ਦੁੱਖ ਨੇ। ਆਪਾਂ ਸਾਹਿਬ ਦੇ ਬਚਨ ਪੜ੍ਹਦੇ ਆ ਨਾ, ਚੌਗਿਰਦ ਹਮਾਰੇ RAM ਕਾਰ, ਦੁੱਖ ਲੱਗੇ ਨਾ ਭਾਈ, ਦੁੱਖ ਲੱਗਦਾ ਹੀ ਕੋਈ ਨਹੀਂ ਹੈ। ਜੀਵਨ ਦੇ ਅੰਦਰ ਸੁੱਖ ਹੀ ਸੁੱਖ ਹੈ ਜੇ ਤੂੰ ਆ ਹੁਕਮ ਦੇ ਵਿੱਚ ਰਹੇਗਾ, ਹੁਕਮ ਰੂਪੀ ਲਕੀਰ ਵਿੱਚ ਰਹੇਗਾ। ਵਾਹਿਗੁਰੂ ਨੇ ਤੇਰੇ ਚਾਰ ਸਪੇਰੇ ਆ ਵਾਹਿਗੁਰੂ ਦੇ ਨਾਮ ਦੀ ਲਕੀਰ ਵਾਹੀ ਹੈ, ਇਸ ਲਕੀਰ ਦੇ ਵਿੱਚ ਰਹਿ, ਰਜ਼ਾ ਵਿੱਚ ਰਹਿ, ਸੁੱਖ ਨੇ। ਕਿਤੇ ਮਰਜ਼ਾਦਾ ਵਿੱਚ ਰਹੇਗਾ ਤੇ ਸੁੱਖ ਨੇ, ਮਰਜ਼ਾਦਾ ਤੋਂ ਬਾਹਰ ਜਾਏਗਾ ਤੇ ਦੁਖੀ ਹੋਏਗਾ। ਜੀਵਨ ਦੇ ਅੰਦਰ ਦੁੱਖ ਹੀ ਦੁੱਖ ਨੇ।
ਕੁਝ ਸਤਿਗੁਰੂ ਨੇ ਤੈਨੂੰ ਹੁਕਮ ਦੇ ਵਿੱਚ ਕੁਝ ਇੱਕ ਆਜ਼ਾਦੀ ਦਿੱਤੀ ਹੈ ਕਿ ਉਸ ਆਜ਼ਾਦੀ ਦੇ ਵਿੱਚ ਹੀ ਰਹਿਣਾ। ਜੇ ਤਾਂ ਤੂੰ ਉਹ ਤੋਂ ਬਾਹਰ ਜਾਏਗਾ ਨਾ ਫਿਰ ਦੁਖੀ ਹੋਏਗਾ। ਇਸ ਗੱਲ ਨੂੰ ਇਸ ਤਰ੍ਹਾਂ ਸਮਝੀਏ ਕਿ ਕਿਸੇ ਪੰਛੀ ਦੀ ਲੱਤ ਦੇ ਨਾਲ ਮੰਨ ਲਓ 50 ਮੀਟਰ ਜਾਂ 100 ਮੀਟਰ ਉਹਦੇ ਤਾਗਾ ਬੰਨ੍ਹ ਦਿੱਤਾ ਹੈ, ਉਹਨੂੰ ਉਨੀ ਕੁ ਆਜ਼ਾਦੀ ਦੇ ਦਿੱਤੀ ਹੈ ਕਿ ਤੂੰ 50 ਮੀਟਰ ਤੱਕ 100 ਮੀਟਰ ਤੱਕ ਘੁੰਮ ਸਕਦਾ ਹੈ। ਪਰ ਜੇ ਤੂੰ ਇਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰੇਗਾ ਤੇ ਲੱਤਾਂ ਤੁੜਾਏਗਾ ਨਾ, ਫਿਰ ਦੁਖੀ ਹੋਏਗਾ। ਔਰ ਗੁਰੂ ਦੀ ਰਜ਼ਾ ਦੇ ਵਿੱਚ ਰਹੇਗਾ ਤੇ ਮਰਜ਼ਾਦਾ ਵਿੱਚ ਰਹੇਗਾ ਤੇ ਉਹਨੇ ਜਿਹੜੀ ਮਰਜ਼ਾਦਾ ਦੀ ਹੱਦ ਬੰਦੀ ਹੈ ਉਹਦੇ ਵਿੱਚ ਰਹੇਗਾ ਤੇ ਸੁੱਖ ਨੇ, ਤੇ ਜਦੋਂ ਉਹ ਤੋਂ ਬਾਹਰ ਜਾਏਗਾ ਤੇ ਦੁੱਖ ਹੀ ਦੁੱਖ ਨੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਿਰਪਾ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ। हे ਭਾਈ, ਬਿਨਾ ਸਤਿਗੁਰੂ ਤੋਂ ਸੁਖ ਕਦੇ ਵੀ ਨਹੀਂ ਮਿਲਦੇ। ਸਤਿਗੁਰੂ ਦੀ ਸ਼ਰਨ ਵਿੱਚ ਹੀ ਸੁਖ ਨੇ, ਗੁਰੂ ਦੀ ਹਜ਼ੂਰੀ ਵਿੱਚ ਹੀ ਸੁਖ ਨੇ। ਤੇ ਜਿਹੜੇ ਗੁਰੂ ਦੀ ਹਜ਼ੂਰੀ ਨੂੰ ਤਿਆਗ ਦਿੰਦੇ ਨੇ ਨਾ, ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹ ਫਿਰ ਪਛਤਾਵੇ, ਉਹ ਹੱਥ ਮਲਦੇ ਰਹਿੰਦੇ ਨੇ, ਪਛਤਾਤਾਪ ਕਰਦੇ ਰਹਿੰਦੇ ਨੇ। ਉਹ ਜਨਮ ਲੈਂਦੇ ਤੇ ਮਰਦੇ ਹਨ। ਹਰ ਕੇ ਦਾਸ ਸੋਹਿਲੇ ਭਾਏ। ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ, ਭਾਈ ਜਿਹੜੇ ਹਰੀ ਦੇ ਦਾਸ ਨੇ ਉਹ ਸੁਹੇਲੇ ਨੇ, ਉਹ ਸੁਖੀ ਜੀਵਨ ਵਾਲੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਆਨੰਦ ਹੈ। ਇਹ ਦੋ ਸ਼ਬਦ ਨੇ, ਇੱਕ ਸੁਹੇਲਾ ਤੇ ਦੂਸਰਾ ਦੁਹੇਲਾ। ਦੁਹੇਲਾ ਕਹਿੰਦੇ ਨੇ ਦੁਖੀ ਨੂੰ, ਸੁਹੇਲਾ ਕਹਿੰਦੇ ਨੇ ਸੁਖੀ ਨੂੰ। ਸੁਹੇਲੇ ਸੁਖੀ ਵੀ ਜੀਵਨ ਵਾਲੇ, ਦੁਹੇਲੇ ਦੁਖੀ ਜੀਵਨ ਵਾਲੇ। ਇਹ ਦੋ ਸ਼ਬਦ ਨੇ। ਤੇ ਸੁਹੇਲੇ ਕਿਵੇਂ ਬਣਿਆ ਜਾਂਦਾ ਹੈ? ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਵਚਨ ਕਹੇ ਨੇ ਕਿ ਗੁਰਸਿੱਖਾ, ਜੇ ਤੂੰ ਆਪਣੇ ਜੀਵਨ ਨੂੰ ਸੁਹੇਲਾ ਬਣਾਉਣਾ ਹੈ ਨਾ, ਸੁਖੀ ਬਣਾਉਣਾ ਹੈ, ਤਾਂ ਫਿਰ ਆਹ ਕੰਮ ਕਰ। ਕਿਹੜਾ ਕੰਮ? ਪੀਵੋ ਪਹੁਲ ਖੰਡੇ ਧਾਰ, ਅੱਗੇ ਹੋਏ ਜਨਮ ਸੁਹੇਲਾ। ਜੇ ਤੂੰ ਅੰਮ੍ਰਿਤ ਛਕ ਲਵੇ, ਗੁਰੂ ਦੀ ਰਜ਼ਾ ਵਿੱਚ ਚੱਲ ਪਵੇ, ਗੁਰੂ ਦੇ ਭਾਣੇ ਵਿੱਚ ਚੱਲ ਪਵੇ, ਤਾਂ ਤੇਰਾ ਜੀਵਨ ਸੁਹੇਲਾ ਹੋਏਗਾ, ਸੁਖੀ ਹੋਏਗਾ। ਜੇ ਤੂੰ ਆ ਮਰਜ਼ਾਦਾ ਵਿੱਚ ਰਵੇ ਨਾ, ਅਮਰ ਦੀ ਦਾਤ ਪ੍ਰਾਪਤ ਕਰ ਲਵੇ, ਤੇ ਸੁਹੇਲਾ ਹੋਏਗਾ, ਸੁਖੀ ਹੋਏਗਾ। ਅਸੀਂ ਇੱਕ ਸ਼ਬਦ ਵਰਤ ਦਿੰਦੇ ਆ ਜੀ, ਮੇਰੇ ਕੋਲ ਅੰਮ੍ਰਿਤ ਰੱਖਿਆ ਨਹੀਂ ਜਾਣਾ। ਆਹ ਸ਼ਬਦ ਅਸੀਂ ਵਰਤ ਦਿੰਦੇ ਆ, ਅੰਮ੍ਰਿਤ ਨਹੀਂ ਰੱਖਿਆ ਜਾਣਾ। ਔਰ ਗੁਰਸਿੱਖਾ, ਇਹ ਤੇਰਾ ਸ਼ਬਦ ਹੀ ਗਲਤ ਹੈ, ਤੇਰੀ ਸੋਚਣੀ ਗਲਤ ਹੈ। ਤੂੰ ਅੰਮ੍ਰਿਤ ਨੂੰ ਕੀ ਰੱਖਣਾ? ਅੰਮ੍ਰਿਤ ਨੇ ਤੈਨੂੰ ਰੱਖਣਾ ਹੈ। ਜੇ ਤੂੰ ਅੰਮ੍ਰਿਤ ਛਕਿਆ, ਕਲਗੀਧਰ ਪਿਤਾ ਦੀ ਰਹਿਮਤ ਤੇਰੇ ਉੱਪਰ ਹੋਏਗੀ, ਫਿਰ ਤੂੰ ਸ਼ਰਾਬ ਦੇ ਠੇਕੇ ਉੱਪਰ ਨਹੀਂ ਖਲੋਏਗਾ, ਫਿਰ ਗਲਤ ਸੰਗਤ ਵਿੱਚ ਨਹੀਂ ਜਾਏਗਾ। ਅੰਮ੍ਰਿਤ ਨੇ ਤੈਨੂੰ ਉਧਰੋਂ ਰੱਖ ਲੈਣਾ ਹੈ, ਅੰਮ੍ਰਿਤ ਨੇ ਤੈਨੂੰ ਬਚਾ ਲੈਣਾ ਹੈ। ਜੇ ਤੂੰ ਅੰਮ੍ਰਿਤ ਛਕਿਆ ਹੈ, ਫਿਰ ਕੁਸੰਗਤ ਵਿੱਚ ਨਹੀਂ ਜਾ ਕੇ ਬੈਠੇਗਾ। ਤੇ ਜੇ ਅੰਮ੍ਰਿਤ ਹੀ ਨਹੀਂ ਛਕਿਆ, ਫਿਰ ਕੁਸੰਗਤ ਵਿੱਚ ਵੀ ਬੈਠੇਗਾ ਤੂੰ। ਅੰਮ੍ਰਿਤ ਨਹੀਂ ਛਕਿਆ, ਫਿਰ ਸ਼ਰਾਬ ਦੇ ਠੇਕੇ ਤੇ ਵੀ ਜਾਏਗਾ, ਭੈੜੀ ਸੰਗਤ ਵਿੱਚ ਬੈਠੇਗਾ। ਤੇ ਜੇ ਅੰਮ੍ਰਿਤ ਛਕਿਆ, ਤੈਨੂੰ ਉਧਰੋਂ ਅੰਮ੍ਰਿਤ ਨੇ ਬਚਾ ਲੈਣਾ ਹੈ, ਭੈੜੀ ਸੰਗਤ ਵਿੱਚ ਨਹੀਂ ਜਾਣ ਦੇਣਾ, ਖੋਟੀ ਸੰਗਤ ਵਿੱਚ ਨਹੀਂ ਜਾਣ ਦੇਣਾ। ਅੰਮ੍ਰਿਤ ਨੇ ਤੈਨੂੰ ਮੜੀਆਂ ਮਸਾਣਾ ਤੇ ਨਹੀਂ ਜਾਣ ਦੇਣਾ, ਉਧਰੋਂ ਤੈਨੂੰ ਬਚਾ ਲੈਣਾ ਹੈ। ਅੰਮ੍ਰਿਤ ਨੇ ਹਰ ਪਾਸੇ ਤੈਨੂੰ ਬਚਾਉਣਾ ਹੈ, ਤੇਰੇ ਜੀਵਨ ਨੂੰ ਸੁਹੇਲਾ ਕਰਨਾ ਹੈ। ਤੂੰ ਅੰਮ੍ਰਿਤ ਕੀ ਰੱਖਣਾ? ਅੰਮ੍ਰਿਤ ਨੇ ਤੈਨੂੰ ਰੱਖਣਾ ਹੈ, ਤੈਨੂੰ ਬਚਾਉਣਾ ਹਰ ਪਾਸੇ ਤੋਂ। ਤੇ ਜਦੋਂ ਅੰਮ੍ਰਿਤ ਨੇ ਤੈਨੂੰ ਹਰ ਪਾਸੇ ਤੋਂ ਬਚਾਇਆ, ਫਿਰ ਜੀਵਨ ਦੇ ਅੰਦਰ ਸੁਹੇਲਾ ਪਾਣੀ ਆਏਗਾ ਨਾ, ਸੁਖੀ ਜੀਵਨ ਹੋਏਗਾ, ਆਨੰਦਦਾਇਕ ਜੀਵਨ ਹੋਏਗਾ। ਤੇ ਸਾਹਿਬ ਜੀ ਕਹਿਣਗੇ, ਜਿਹੜੇ ਰਜ਼ਾ ਵਿੱਚ ਚੱਲਦੇ ਨੇ, ਭਾਣੇ ਵਿੱਚ ਚੱਲਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਸੁੱਖ ਹੈ, ਉਹਨਾਂ ਦੇ ਜੀਵਨ ਦੇ ਅੰਦਰ ਸੁੱਖ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ ਇੱਕ ਬੜੀ ਸੁੰਦਰ ਗਾਥਾ ਹੈ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਚਪਨ ਦੇ ਵਿੱਚ ਨੇ, ਬਾਲ ਅਵਸਥਾ ਦੇ ਵਿੱਚ ਨੇ। ਖਿਡਾਵਾ ਸਤਿਗੁਰੂ ਜੀ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕਰਕੇ ਖਵਾਉਣ ਦਾ ਯਤਨ ਕਰਦਾ ਹੈ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਹੀਂ ਨਹੀਂ ਖਾਂਦੇ। ਫਿਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਜਾਂਦੇ ਨੇ, ਗੁਰਸਿੱਖ ਆਉਂਦੇ ਨੇ ਤੇ ਗਰੀਬ ਨਵਾਜ ਸਾਹਿਬ ਜੀ ਉਸ ਬ੍ਰਾਹਮਣ ਦੇ ਕੋਲੋਂ ਦਹੀਂ ਫੜਦੇ ਨੇ, ਬਾਲਕ ਹਰਗੋਬਿੰਦ ਨੂੰ ਖਵਾਉਂਦੇ ਨੇ ਤੇ ਉਹ ਖਾਂਦੇ ਨਹੀਂ, ਆਪਣੇ ਨੰਨੇ ਹੱਥਾਂ ਦੇ ਨਾਲ ਸਤਿਗੁਰਾਂ ਦੇ ਹੱਥ ਪਿਛਾਂਹ ਕਰ ਦਿੰਦੇ ਨੇ। ਅੰਤਰਜਾਮੀ ਸਤਿਗੁਰੂ ਜੀ ਜਾਣਦੇ ਨੇ ਕਿ ਇਸ ਦਹੀਂ ਦੇ ਵਿੱਚ ਜ਼ਹਿਰ ਪਾਈ ਹੋਈ ਹੈ, ਪਰ ਉਸ ਬ੍ਰਾਹਮਣ ਦਾ ਪਾਜ ਵੀ ਉਗੇੜਨਾ ਹੈ। ਕੋਲ ਸਤਿਗੁਰਾਂ ਦੇ ਕੂਕਰ ਹੈ ਤੇ ਗਰੀਬ ਨਵਾਜ ਸਾਹਿਬ ਜੀ ਉਸ ਕੁੱਤੇ ਦੇ ਅੱਗੇ ਦਹੀਂ ਰੱਖਦੇ ਨੇ ਤੇ ਉਹ ਕੁੱਤਾ ਦਹੀਂ ਨੂੰ ਸੁੰਘਦਾ ਹੈ ਤੇ ਸਿਰ ਹਿਲਾ ਦਿੰਦਾ, ਸਤਿਗੁਰੂ ਇਹ ਖਾਣ ਦੇ ਯੋਗ ਨਹੀਂ ਹੈ, ਇਹ ਖਾਵਾਂਗੇ ਜੀਵਨ ਲੀਲਾ ਸਮਾਪਤ ਹੋ ਜਾਏਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕੂਕਰ ਮੈਂ ਜਾਣਦਾ ਹੈ ਇਹ ਦਹੀਂ ਖਾਣ ਦੇ ਨਾਲ ਤੇਰੀ ਜੀਵਨ ਲੀਲਾ ਸਮਾਪਤ ਹੋਏਗੀ, ਪਰ ਤੈਨੂੰ ਗੁਰੂ ਦਾ ਹੁਕਮ ਹੈ ਤੂੰ ਇਸ ਦਹੀਂ ਨੂੰ ਖਾ। ਜਦੋਂ ਗੁਰੂ ਦਾ ਹੁਕਮ ਉਸ ਕੂਕਰ ਨੇ ਸੁਣਿਆ, ਦਹੀਂ ਨੂੰ ਖਾਧਾ ਤੇ ਸਤਿਗੁਰਾਂ ਦੇ ਸਾਹਮਣੇ ਹੀ ਉਹ ਤੜਪ ਤੜਪ ਕਰਕੇ ਪ੍ਰਾਣ ਤਿਆਗ ਗਿਆ। ਔਰ ਉਸ ਸਮੇਂ ਤਾਂ ਸਤਿਗੁਰੂ ਨੇ ਦੇਖੋ ਕੁੱਤੇ ਨੂੰ ਕਿਹਾ ਦਹੀਂ ਖਾ, ਜ਼ਹਿਰ ਖਾ, ਤੇ ਉਹਨੇ ਹੁਕਮ ਮੰਨਿਆ, ਆਪਣੇ ਪ੍ਰਾਣ ਤਿਆਗ ਦਿੱਤੇ ਨੇ। ਤੇ ਗੁਰਸਿੱਖਾ, ਅੱਜ ਗੁਰੂ ਤੈਨੂੰ ਜ਼ਹਿਰ ਨਹੀਂ ਖਵਾਉਂਦਾ, ਅੱਜ ਗੁਰੂ ਤੈਨੂੰ ਅੰਮ੍ਰਿਤ ਛਕਾਉਂਦਾ ਹੈ, ਅੱਜ ਅੰਮ੍ਰਿਤ ਦੀ ਦਾਤ ਦਿੰਦਾ, ਜੀਵਨ ਸੁਹੇਲਾ ਕਰਦਾ ਹੈ। ਗੁਰੂ ਕਹਿੰਦਾ ਪੀਵੋ ਪਹੁਲ ਖੰਡੇ ਧਾਰ, ਅੰਮ੍ਰਿਤ ਪਾਨ ਕਰੋ ਸਾਧ ਸੰਗ। ਗੁਰੂ ਅੰਮ੍ਰਿਤ ਦੀ ਦਾਤ ਦਿੰਦਾ ਹੈ। ਸਾਡੇ ਨਾਲੋਂ ਤਾਂ ਗੁਰੂ ਦਾ ਉਹ ਕੁੱਤਾ ਚੰਗਾ ਹੈ ਜਿਹੜਾ ਗੁਰੂ ਦਾ ਹੁਕਮ ਪਾ ਕਰਕੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੰਦਾ ਹੈ, ਰਜ਼ਾ ਵਿੱਚ ਰਹਿੰਦਾ ਹੈ, ਭਾਣੇ ਵਿੱਚ ਰਹਿੰਦਾ ਹੈ। ਅਸੀਂ ਗੁਰੂ ਦੇ ਭਾਣੇ ਵਿੱਚ ਕੋਈ ਨਹੀਂ, ਸਾਡੇ ਨਾਲੋਂ ਉਹ ਚੰਗਾ ਹੈ। ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਜੀ ਆਪਣੇ ਜੀਵਨ ਨੂੰ ਸੁਹੇਲਾ ਬਣਾਉਣਾ, ਭਾਈ ਜਿਹੜੇ ਰਜ਼ਾ ਵਿੱਚ ਚੱਲਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਸੁਹੇਲਾਪਣ ਹੈ। ਹਰ ਕੇ ਦਾਸ ਸੁਹੇਲੇ ਪਾਈ, ਰਜ਼ਾ ਵਿੱਚ ਹੀ ਚੱਲਦੇ ਨੇ ਨਾ ਹਰੀ ਦੇ ਦਾਸ। ਵਾਹਿਗੁਰੂ ਦੇ ਭਗਤ ਰਜ਼ਾ ਵਿੱਚ ਚੱਲਦੇ ਨੇ, ਗੁਰਸਿੱਖ ਰਜ਼ਾ ਵਿੱਚ ਚੱਲਦੇ ਨੇ। ਤੇ ਸਾਹਿਬ ਜੀ ਕਹਿਣ ਲੱਗੇ ਜਿਹੜੇ ਗੁਰੂ ਕੇ ਸਿੱਖ ਨੇ ਰਜ਼ਾ ਵਿੱਚ ਚੱਲ ਕਰਕੇ ਉਹ ਸੁਹੇਲੇ ਜੀਵਨ ਵਾਲੇ ਹਨ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਫਿਰ ਸੱਚੇ ਸਤਿਗੁਰੂ ਨੇ ਕੀ ਕੀਤਾ, ਉਹਨਾਂ ਦੇ ਜੀਵਨ ਦੇ ਅੰਦਰੋਂ ਜਨਮ ਜਨਮਾਤਰਾਂ ਦੇ ਪਾਪ ਕੱਟ ਦਿੱਤੇ ਨੇ, ਕਿਲ ਬਿਖ ਕੱਟ ਦਿੱਤੇ ਨੇ, ਉਹਨਾਂ ਦੇ ਜੀਵਨ ਦੇ ਅੰਦਰੋਂ ਦੁੱਖ ਮਿਟਾ ਦਿੱਤੇ ਨੇ। ਤੇ ਜਿਹੜੇ ਗੁਰੂ ਕੇ ਹਜ਼ੂਰੀ ਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਦਾ ਜਨਮ ਸਤਿਗੁਰੂ ਦੇ ਘਰ ਦੇ ਵਿੱਚ ਹੋ ਜਾਂਦਾ, ਤੇ ਸਤਿਗੁਰੂ ਉਹਨਾਂ ਦੇ ਸਾਰੇ ਪਾਪ ਮਿਟਾ ਦਿੰਦੇ ਨੇ। ਸਤਿਗੁਰੂ ਕੇ ਜਨਮ ਹੈ ਗਬਨ ਮਿਟਾਇਆ, ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਮਿਟ ਜਾਂਦਾ ਹੈ। ਜਨਮ ਜਨਮਾਤਰਾ ਦੇ ਕਿਲ ਵਿਖ ਪਾਪ ਉਹਨਾਂ ਦੇ ਖਤਮ ਹੋ ਜਾਂਦੇ ਨੇ। ਇੱਕ ਜਨਮ ਹੈ ਸੰਸਾਰ ਦੇ ਅੰਦਰ, ਸਾਡਾ ਮਾਤਾ ਪਿਤਾ ਦੇ ਘਰ ਦੇ ਵਿੱਚ ਹੋਇਆ, ਇੱਕ ਸੰਸਾਰੀ ਜਨਮ ਹੈ। ਤੇ ਦੂਸਰਾ ਜਨਮ ਹੁੰਦਾ ਗੁਰੂ ਦੇ ਘਰ ਦੇ ਵਿੱਚ। ਤੇ ਗੁਰੂ ਦੇ ਘਰ ਵਿੱਚ ਜਿਹੜਾ ਜਨਮ ਹੁੰਦਾ ਨਾ, ਤੇ ਸਾਹਿਬ ਜੀ ਕਹਿ ਲੱਗੀ ਇਹਦੇ ਨਾਲ ਫਿਰ ਦੁਬਾਰਾ ਜਨਮ ਮਰਨ ਨਹੀਂ ਹੁੰਦਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਦੁਬਾਰਾ ਮਰਨ ਹੀ ਨਹੀਂ ਹੁੰਦਾ, ਮੌਤ ਆਉਂਦੀ ਕੋਈ ਨਹੀਂ। ਸਰੀਰ ਦਾ ਆਪਣਾ ਧਰਮ ਹੈ, ਸਰੀਰ ਨੇ ਇੱਕ ਦਿਨ ਮਿਟ ਜਾਣਾ, ਖਤਮ ਹੋ ਜਾਣਾ, ਸਪੁਰਦੇ ਖਾਕ ਹੋ ਜਾਣਾ ਹੈ। ਸਰੀਰ ਤਾਂ ਕਿਸੇ ਦਾ ਵੀ ਸਥਿਰ ਨਹੀਂ ਰਿਹਾ, ਪਰ ਉਹ ਆਤਮਿਕ ਤੌਰ ਤੇ ਰੋਜ਼-ਰੋਜ਼ ਜੰਮਦੇ ਮਰਦੇ ਨਹੀਂ, ਉਹ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ, ਸਦਾ ਹੀ ਪ੍ਰਫੁੱਲਤ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ। ਤੇ ਗਰੀਬ ਨਵਾਜ ਸਾਹਿਬ ਜੀ ਕਹਿ ਲਗੇ ਗੁਰੂ ਉਹਨਾਂ ਦੇ ਜਨਮ ਜਨਮਾਤਰਾ ਦੇ ਪਾਪ ਕੱਟ ਦਿੰਦਾ ਹੈ, ਗੁਰੂ ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਮਿਟਾ ਦਿੰਦਾ ਹੈ। ਆਪ ਤਰਸ ਖਾ ਕਰਕੇ ਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਹੀ ਰੂਪ ਦੇ ਦਿੰਦਾ ਹੈ, ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਤੇ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਰਹੇ ਤੇ ਕਲਗੀਧਰ ਪਿਤਾ ਨੇ ਉਹਨਾਂ ਨੂੰ ਆਪਣਾ ਰੂਪ ਦੇ ਦਿੱਤਾ ਤੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਆਪੇ ਮੇਲ ਮਿਲਾਈ, ਆਪਣੇ ਵਿੱਚ ਆਪ ਹੀ ਮਿਲਾ ਲਿਆ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਹੜੇ ਰਜ਼ਾ ਵਿੱਚ ਰਹਿੰਦੇ ਨੇ, ਭਾਣੇ ਵਿੱਚ ਰਹਿੰਦੇ ਨੇ, ਗੁਰੂ ਉਹਨਾਂ ਦੇ ਸਾਰੇ ਕਲ ਕਲੇਸ਼ ਮਿਟਾ ਦਿੰਦਾ ਹੈ। ਰਹਾਉ
ਰਹਾਉ ਦਾ ਅਰਥ ਹੈ ਟਿਕਾਓ ਠਹਿਰਾਓ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁੱਲਾ ਸੰਸਾਰਾ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਭਾਈ ਸੱਚੇ ਸਤਿਗੁਰੂ ਤੋਂ ਬਿਨਾ ਆ ਕੁਟੰਬ ਆ ਜਿਹੜਾ ਪਰਿਵਾਰ ਹੈ ਨਾ, ਇਹ ਕੁਟੰਬ ਜਿਹੜਾ ਤੂੰ ਦੇਖਦਾ ਨਾ, ਇਹ ਕੀ ਹੈ? ਜੀ ਕੇ ਬੰਧਨ ਹੀ ਹੈ, ਜਿੰਦ ਦੇ ਬੰਧਨ ਨੇ ਸਾਰੇ। ਇਹ ਮੋਹ ਦੇ ਬੰਧਨ ਪਏ ਹੋਏ ਨੇ, ਮੋਹ ਦੀਆਂ ਤੰਦਾਂ ਪਈਆਂ ਹੋਈਆਂ, ਬੜੀਆਂ ਗੂੜੀਆਂ ਤੰਦਾਂ ਪੈ ਗਈਆਂ ਨੇ। ਪਰਿਵਾਰ ਦੇ ਮੋਹ ਦੀਆਂ ਤੰਦਾਂ ਇਸ ਜਿੰਦ ਨੂੰ ਪਈਆਂ ਹੋਈਆਂ, ਇਹਦੇ ਵਿੱਚ ਹੀ ਜੀਵ ਫਸਿਆ ਹੋਇਆ ਹੈ। ਇਹਦੇ ਵਿੱਚ ਪੈ ਕਰਕੇ ਸਾਹਿਬ ਜੀ ਕਹਿ ਲਗੇ ਸਾਰਾ ਸੰਸਾਰ ਹੀ ਭਟਕ ਰਿਹਾ ਹੈ, ਸਾਰਾ ਸੰਸਾਰ ਹੀ ਕੁਰਾਹੇ ਪਿਆ ਹੋਇਆ ਹੈ। ਬਿਨ ਗੁਰ ਬੰਧਨ ਟੂਟ ਹੈ ਨਾਹੀ ਗੁਰਮੁਖ ਮੋਖ ਦੁਆਰਾ। ਆ ਜਿਹੜੇ ਮੋਹ ਦੇ ਬੰਧਨ ਪਏ ਹੋਏ ਨੇ, ਮੋਹ ਦੀਆਂ ਤੰਦਾਂ ਪਈਆਂ ਹੋਈਆਂ ਨੇ, ਤੇ ਸਾਹਿਬ ਜੀ ਕਹਿਣਗੇ ਸੱਚੇ ਸਤਿਗੁਰੂ ਤੋਂ ਬਿਨਾ ਇਹ ਟੁੱਟਦੇ ਕੋਈ ਨਹੀਂ, ਇਹ ਖਤਮ ਨਹੀਂ ਹੁੰਦੇ। ਅਸੀਂ ਇਹਨਾਂ ਮੋਹ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ, ਆਪ ਹੀ ਪਸਾਰਾ ਪਸਾਰਿਆ ਤੇ ਇਹਦੇ ਵਿੱਚ ਹੀ ਫਸ ਗਏ। ਮੱਕੜੀ ਦੇ ਜਾਲ ਦੀ ਤਰ੍ਹਾਂ ਮੱਕੜੀ ਆਪਣਾ ਜਾਲ ਆਪ ਬਣਾਉਂਦੀ ਹੈ ਤੇ ਉਹਦੇ ਵਿੱਚ ਹੀ ਫਸ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਸੰਸਾਰੀ ਜੀਵ ਮੋਹ ਦੇ ਤਾਣੇ ਬਣਾਉਂਦੇ ਆ, ਜਾਲੇ ਬਣਾਉਂਦੇ ਆ ਤੇ ਮੋਹ ਦੀਆਂ ਤੰਦਾਂ ਦੇ ਵਿੱਚ ਅਖੀਰ ਫਸ ਕਰਕੇ ਰਹਿ ਜਾਂਦੇ ਆ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਇਹ ਜਿਹੜੇ ਬੰਧਨ ਨੇ, ਮੋਹ ਦੀਆਂ ਫਾਈਆਂ ਨੇ, ਇਹ ਸੱਚੇ ਸਤਿਗੁਰੂ ਤੋਂ ਬਿਨਾ ਨਹੀਂ ਕੱਟੀਆਂ ਜਾ ਸਕਦੀਆਂ। ਇਹ ਸੱਚੇ ਸਤਿਗੁਰੂ ਤੋਂ ਬਿਨਾ ਮੋਹ ਦੇ ਬੰਧਨ ਜਿਹੜੇ ਆ ਉਹ ਨਹੀਂ ਕੱਟੇ ਜਾ ਸਕਦੇ। ਤੇ ਜਿਹੜੇ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਗਏ, ਗੁਰੂ ਦੀ ਰਜ਼ਾ ਵਿੱਚ ਚੱਲ ਪਏ, ਤੇ ਸਤਿਗੁਰੂ ਨੇ ਉਹਨਾਂ ਤੇ ਰਹਿਮਤ ਕੀਤੀ। ਗੁਰਮੁਖ ਮੋਖ ਦੁਆਰਾ, ਉਹ ਗੁਰੂ ਦੀ ਹਜ਼ੂਰੀ ਵਿੱਚ ਚੱਲਣ ਵਾਲੇ ਗੁਰਮੁਖ ਪਿਆਰੇ ਬੰਧਨ ਮੁਕਤ ਹੋ ਗਏ ਹਨ। ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨਮ ਹੈ ਵਾਰੋ ਵਾਰਾ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਸੰਸਾਰੀ ਜੀਵ ਆ ਸੰਸਾਰਕ ਧੰਦਿਆਂ ਦੇ ਵਿੱਚ ਹੀ ਉਲਝੇ ਹੋਏ ਨੇ। ਕਰਮ ਕਰੇ, ਕੰਮਾਂ ਧੰਦਿਆਂ ਦੇ ਵਿੱਚ ਹੀ ਉਲਝੇ ਹੋਏ ਨੇ। ਕੰਮਾਂ ਧੰਦਿਆਂ ਵਿੱਚ ਪੈ ਕਰਕੇ ਸੰਸਾਰੀ ਧੰਦਿਆਂ ਦੇ ਵਿੱਚ ਜਕੜੇ ਹੋਏ ਕੀ ਕਰਦੇ? ਗੁਰ ਸ਼ਬਦ ਨਾ ਪਛਾਣੇ, ਗੁਰੂ ਕੇ ਸ਼ਬਦ ਦੀ ਪਹਿਚਾਣ ਹੀ ਨਹੀਂ ਕਰਦੇ। ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜਦੇ ਹੀ ਕੋਈ ਨਹੀਂ, ਸਿਮਰਨ ਕੀਤਾ ਹੀ ਕੋਈ ਨਹੀਂ ਹੈ। ਸੰਸਾਰੀ ਬੰਧਨਾਂ ਦੇ ਵਿੱਚ ਹੀ ਜਕੜੇ ਹੋਏ, ਕੰਮਾਂ ਧੰਦਿਆਂ ਦੇ ਵਿੱਚ ਹੀ ਜਕੜੇ ਹੋਏ ਨੇ। ਤੇ ਸਾਹਿਬ ਜੀ ਕਹਿ ਲਗੇ ਗੁਰੂ ਕੇ ਸ਼ਬਦ ਦੀ ਪਹਿਚਾਣ ਨਹੀਂ ਕੀਤੀ ਤੇ ਇਹਦਾ ਰਿਜ਼ਲਟ ਕੀ ਨਿਕਲਿਆ? ਮਰ ਜਨਮੈ ਵਾਰੋ ਵਾਰਾ, ਬਾਰ-ਬਾਰ ਜਨਮ ਲੈਂਦਾ ਹੈ ਤੇ ਮਰ ਜਾਂਦਾ ਹੈ। ਆਓ ਮੇਰਾ ਜਗ ਪਲਚ ਰਹਿਆ ਭਾਏ ਕੋਏ ਨ ਕਿਸ ਹੀ ਕੇਰਾ। ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਗੁਰੂ ਤੋਂ ਬਿਨਾ ਇਹ ਜੀਵ ਹਉਮੈ ਵਿੱਚ ਹੀ ਰਹਿੰਦਾ। ਹਉ ਮੇਰਾ ਜਗ ਪਲਚ ਰਿਹਾ ਭਾਈ। ਇਹ ਸਾਰੇ ਜਗਤ ਹਉਮੈ ਵਿੱਚ ਹੀ ਖਚਿਤ ਹੋਇਆ ਪਿਆ, ਪਲਚਿਆ ਪਿਆ। ਆ ਪਦਾਰਥ ਵੀ ਮੇਰਾ ਹੈ, ਆ ਘਰ ਵੀ ਮੇਰਾ, ਆ ਜ਼ਮੀਨ ਮੇਰੀ, ਆ ਜਾਇਦਾਦ ਮੇਰੀ, ਆ ਪੁੱਤਰ ਮੇਰੇ, ਆ ਧੀਆਂ ਮੇਰੇ, ਆ ਪਰਿਵਾਰ ਮੇਰਾ ਹੈ। ਹਉਮੈ ਵਿੱਚ ਹੀ ਪਿਆ, ਮੇਰੀ ਮੇਰੀ ਹੀ ਕਰਦਾ ਰਹਿੰਦਾ ਹੈ, ਮੈਂ ਕਰਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਹੀ ਸਾਰਾ ਜਗਤ ਪਲਚਿਆ ਹੋਇਆ, ਇਹਦੇ ਵਿੱਚ ਹੀ ਖਚਿਤ ਹੋਇਆ ਪਿਆ ਹੈ। ਤੇ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਪਰ ਇਹ ਗੱਲ ਚੇਤੇ ਰੱਖ, ਕੋਏ ਨਾ ਕਿਸ ਹੀ ਕੇਰਾ। ਇਹਨਾਂ ਵਿੱਚੋਂ ਕੋਈ ਕਿਸੇ ਦਾ ਨਹੀਂ ਹੈ, ਨਾ ਧੀਆਂ ਕਿਸੇ ਦਾ, ਨਾ ਪੁੱਤਰ ਕਿਸੇ ਦੇ ਨੇ, ਕੋਈ ਕਿਸੇ ਦਾ ਨਹੀਂ ਹੈ। ਅਖੀਰ ਇਸ ਸੰਸਾਰ ਤੋਂ ਜੀਵ ਨੇ ਇਕੱਲੇ ਹੀ ਜਾਣਾ ਹੈ, ਸਾਰੇ ਇੱਥੇ ਰਹਿ ਜਾਂਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਾਹੂੰ ਦਿਸ ਘੇਰੇ, ਬਿਪਤ ਪਰੀ ਸਭ ਹੂੰ ਸੰਗ ਸਾੜਤ ਕੋ ਨ ਆਵਤ ਨੇ। ਕੋਈ ਨੇੜੇ ਨਹੀਂ ਆਉਂਦਾ, ਕੋਈ ਢੁਕਦਾ ਹੀ ਨਹੀਂ ਹੈ। ਸੁੱਖਾਂ ਵੇਲੇ ਸਾਰੇ ਹੀ ਨੇੜੇ ਹੁੰਦੇ ਨੇ, ਜਦੋਂ ਦੁੱਖ ਆ ਜਾਂਦੇ ਨੇ ਤੇ ਫਿਰ ਕੋਈ ਵੀ ਨੇੜੇ ਨਹੀਂ ਫਟਕਦਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹਨਾਂ ਵਿੱਚੋਂ ਕੋਈ ਵੀ ਕਿਸੇ ਦਾ ਨਹੀਂ ਹੈ। ਗੁਰਮੁਖ ਮਹਲ ਪਾਇਨ ਗੁਣ ਗਾਵਨ
ਨਿਜ ਘਰ ਹੋਏ ਬਸੇਰਾ। ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਉਹ ਗੁਰਮੁਖ ਪਿਆਰੇ, ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲੇ, ਗੁਰਮੁਖ ਮਹਿਲ ਪਾਇਨ, ਉਹ ਮਹਿਲ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮ ਦਾ ਮਹਿਲ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਉਹ ਘਰ ਮਿਲ ਜਾਂਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ ਉਹ ਘਰ ਮਿਲਿਆ ਕਿਹਨੂੰ ਹੈ? ਗੁਰਮੁਖ ਮਹਿਲ ਪਾਏਨ। ਜਿਹੜੇ ਗੁਰਮੁਖ ਨੇ, ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲੇ ਨੇ, ਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਨੇ, ਉਹਨਾਂ ਨੂੰ ਉਹ ਮਹਿਲ ਪ੍ਰਾਪਤ ਹੋ ਗਏ ਨੇ, ਗੁਰੂ ਦਾ ਘਰ ਪ੍ਰਾਪਤ ਹੋ ਗਿਆ, ਗੁਰੂ ਦੀ ਹਜ਼ੂਰੀ ਮਿਲ ਗਈ, ਗੁਰੂ ਦੇ ਚਰਨਾਂ ਵਿੱਚ ਉਹਨਾਂ ਦਾ ਨਿਵਾਸ ਹੋਇਆ। ਤੇ ਸਾਹਿਬ ਜੀ ਕਹਿਣ ਲੱਗੇ ਗੁਣ ਗਾਵਨ, ਉਹ ਵਾਹਿਗੁਰੂ ਦੇ ਗੁਣ ਗਾਉਣ ਲੱਗ ਪਏ ਨੇ, ਨਿਰੰਕਾਰ ਦੀ ਸਿਫਤ ਸਲਾਹ ਕਰਨ ਲੱਗ ਪਏ ਨੇ। ਨਿਜ ਘਰ ਹੋਏ ਵਸੇਰਾ, ਉਹਨਾਂ ਦਾ ਨਿਜ ਘਰ ਦੇ ਵਿੱਚ, ਆਪਣੇ ਘਰ ਦੇ ਵਿੱਚ ਵਸੇਰਾ ਹੋ ਗਿਆ, ਆਪਣੇ ਘਰ ਵਿੱਚ ਆ ਕੇ ਟਿਕ ਗਏ ਨੇ, ਨਿਜ ਘਰ ਦੇ ਵਿੱਚ ਆ ਕੇ ਉਹ ਵਸ ਗਏ ਹਨ। ਇੱਥੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਭਾਈ ਇੱਥੇ ਬੂਝੈ ਸੋ ਆਪ ਪਛਾਣੈ। ਇੱਥੇ ਇਸ ਲੋਕ ਦੇ ਵਿੱਚ ਸਾਹਿਬ ਜੀ ਕਹਿਣ ਲੱਗੇ ਇਸ ਗੱਲ ਨੂੰ ਸਮਝ, ਤੂੰ ਆਪਣੇ ਆਪੇ ਦੀ ਪਹਿਚਾਣ ਕਰ ਕਿ ਮੈਂ ਕੀ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਹਿਚਾਣ ਕਰ। ਇਸ ਲੋਕ ਦੇ ਵਿੱਚ, ਆ ਮਨੁੱਖਾ ਜੀਵਨ ਦੇ ਵਿੱਚ ਹੀ ਤੂੰ ਇਸ ਗੱਲ ਨੂੰ ਸਮਝ ਸਕਦਾ ਹੈ, ਇਸ ਗੱਲ ਨੂੰ ਪਕੜ ਸਕਦਾ ਹੈ। ਤੇ ਜੇ ਆ ਮਨੁੱਖਾ ਜੀਵਨ ਦੇ ਵਿੱਚ ਇਸ ਗੱਲ ਨੂੰ ਨਾ ਸਮਝਿਆ ਨਾ, ਫਿਰ ਕੋਈ ਹੋਰ ਜੂਨ ਨਹੀਂ ਹੈ ਜਿਹਦੇ ਵਿੱਚ ਤੂੰ ਇਸ ਗੱਲ ਨੂੰ ਪਕੜ ਸਕੇ, ਇਸ ਗੱਲ ਨੂੰ ਸਮਝ ਸਕੇ। ਤੇ ਬਾਬਾ ਕਬੀਰ ਜੀ ਨੇ ਵੀ ਇਹ ਗੱਲ ਉੱਚੀ ਪੁਕਾਰ ਕੇ ਕਹੀ ਹੈ ਨਾ, ਕਿ ਮੈਂ ਤੁਹਾਨੂੰ ਗੱਲ ਪੁਕਾਰ ਕੇ ਕਹਿ ਰਿਹਾ। ਉਦੋਂ ਭਗਤ ਜਨਾਂ ਦਾ ਕਹਿਣਾ ਮੰਨਿਆ ਕੋਈ ਨਹੀਂ। ਤੇ ਚਾਰ ਪੈਰ, ਦੋ ਸਿੰਘ, ਗੁੰਗ ਮੁਖ, ਫਿਰ ਤੂੰ ਕਿਵੇਂ ਵਾਹਿਗੁਰੂ ਦੇ ਗੁਣ ਗਾਏਗਾ, ਕਿਵੇਂ ਉਹਦੀ ਸਿਫਤ ਸਲਾਹ ਕਰੇਗਾ? ਬਾਬਾ ਕਬੀਰ ਜੀ ਕਹਿਣ ਲੱਗੇ ਉਦੋਂ ਤੈਨੂੰ ਪੁਕਾਰ ਕੇ ਕਹਿੰਦੇ ਰਹੇ ਵਾਹਿਗੁਰੂ ਦੇ ਗੁਣ ਗਾਇਆ ਕਰ, ਸਤਸੰਗਤ ਕਰਿਆ ਕਰ। ਜਨ ਭਗਤਨ ਕਾ ਕਹਿਓ ਨਾ ਮਾਨੋ, ਕੀਨੋ ਆਪਣੋ ਪਈ ਹੈ। ਉਦੋਂ ਭਗਤ ਜਨਾਂ ਦਾ ਕਹਿਣਾ ਮੰਨੇ ਹੀ ਕੋਈ ਨਹੀਂ, ਉਹਨਾਂ ਦੀ ਗੱਲ ਨੂੰ ਮੰਨੇ ਹੀ ਕੋਈ ਨਹੀਂ। ਤੇ ਗਰੀਬ ਨਿਵਾਜ ਸਾਹਿਬ ਜੀ ਕਹਿ ਲਗੇ ਜਿਹੜੇ ਗੁਰੂ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ, ਗੁਰੂ ਦੇ ਭਾਣੇ ਨੂੰ ਮੰਨ ਲੈਂਦੇ ਨੇ, ਉਹ ਇੱਥੇ ਬੁੱਝੇ ਸੋ ਆਪ ਪਛਾਣੇ। ਮਨੁੱਖਾ ਜੀਵਨ ਦੇ ਵਿੱਚ, ਇਸ ਲੋਕ ਦੇ ਵਿੱਚ ਆਪਣੇ ਆਪੇ ਦੀ ਉਹ ਪਹਿਚਾਣ ਕਰਦੇ ਨੇ, ਆਪਣੇ ਆਪੇ ਨੂੰ ਬੁੱਝਦੇ ਨੇ, ਸਮਝਦੇ ਨੇ। ਤੇ ਸਾਹਿਬ ਜੀ ਕਹਿਣ ਲੱਗੇ ਹਰ ਪ੍ਰਭ ਹੈ ਤਿਸ ਕੇਰਾ, ਜਿਨ੍ਹਾਂ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ ਹੈ। ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਕੋਲ ਹੈ, ਨਿਰੰਕਾਰ ਉਹਨਾਂ ਦੇ ਹਮੇਸ਼ਾ ਅੰਗ ਸੰਗ ਵਸਦਾ ਹੈ। ਦੁਕਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰ ਬੇਪੂਤੇ। ਉਹ ਕਹਿ ਉੱਠਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹਨਾਂ ਦੇ ਨਾਲ ਵਾਹਿਗੁਰੂ ਜੀ ਹਮੇਸ਼ਾ ਹਨ। ਸਤਿਗੁਰੂ ਸਦਾ ਦਇਆਲ ਹੈ ਭਾਏ, ਵਿਣ ਭਾਗਾਂ ਕਿਆ ਪਾਈਐ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸੱਚਾ ਸਾਹਿਬ ਤਾਂ ਸਦਾ ਹੀ ਦਇਆਵਾਨ ਹੈ, ਸਦਾ ਹੀ ਕਿਰਪਾਲੂ ਹੈ, ਸਦਾ ਹੀ ਰਹਿਮਤਾਂ ਕਰਦਾ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ। हे ਭਾਈ ਗੁਰੂ ਸਦਾ ਹੀ ਕਿਰਪਾ ਕਰਦਾ, ਦਇਆ ਦੇ ਘਰ ਵਿੱਚ ਰਹਿੰਦਾ ਹੈ। ਪਰ ਬਿਨ ਭਾਗਾਂ ਕਿਆ ਪਾਈਏ, ਬਿਨਾਂ ਭਾਗਾਂ ਤੋਂ ਕੀ ਪ੍ਰਾਪਤ ਕਰੀਏ? ਬਿਨਾਂ ਭਾਗਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਨਾ ਕਰ ਸਕਦੇ। ਜਿਵੇਂ ਸੂਰਜ ਚੜ੍ਹਿਆ, ਸੂਰਜ ਦੀਆਂ ਕਿਰਨਾਂ ਹਰ ਘਰ ਦੇ ਉੱਪਰ ਪੈਂਦੀਆਂ ਨੇ, ਗਰੀਬ ਦੇ ਘਰ ਵਿੱਚ ਵੀ ਪੈਂਦੀਆਂ, ਅਮੀਰ ਦੇ ਘਰ ਵਿੱਚ ਵੀ ਪੈਂਦੀਆਂ। ਤੇ ਜਿਹੜੇ ਕੋਈ ਆਪਣੇ ਘਰ ਨੂੰ ਛੱਡ ਕਰਕੇ ਬਾਹਰ ਖੁੱਲੀ ਜਗ੍ਹਾ ਦੇ ਵਿੱਚ ਜਾਂਦੇ ਨੇ ਨਾ, ਖੁੱਲੇ ਆਕਾਸ਼ ਵਿੱਚ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੂਰਜ ਪੂਰਾ ਚੜਿਆ ਹੋਇਆ ਹੈ। ਕਿਸ ਹਾਲਾਤ ਵਿੱਚ ਹੁਣ ਸੂਰਜ ਹੈ ਪਤਾ ਹੈ। ਤੇ ਜਿਹੜੇ ਬੰਦੇ ਬੰਦ ਕਮਰੇ ਦੇ ਵਿੱਚ ਹੀ ਬੈਠੇ ਹੋਏ ਨੇ, ਤੇ ਉਹ ਤੇ ਕਹਿ ਰਹੇ ਨੇ ਬੰਦ ਕਮਰੇ ਦੇ ਵਿੱਚ ਚਾਰ ਸਵੇਰੇ ਲਾਈਟਾਂ ਵੀ ਬੰਦ ਕੀਤੀਆਂ, ਦਰਵਾਜ਼ੇ ਵੀ ਬੰਦ ਕੀਤੇ, ਪਰਦੇ ਵੀ ਲਾ ਦਿੱਤੇ, ਦਰਵਾਜ਼ਿਆਂ ਦੀਆਂ ਮੋਰੀਆਂ ਵੀ ਬੰਦ ਕਰ ਦਿੱਤੀਆਂ ਪਰਦੇ ਲਾ ਕਰਕੇ ਕਿ ਬਾਹਰੋਂ ਰੋਸ਼ਨੀ ਅੰਦਰ ਨਾ ਆਵੇ, ਕੋਈ ਕਿਰਨ ਅੰਦਰ ਨਾ ਆਵੇ। ਬੰਦ ਕਮਰੇ ਵਿੱਚ ਬੈਠਾ ਹੋਇਆ ਕਹਿ ਰਿਹਾ ਹੈ ਕਿ ਬਾਹਰ ਸੂਰਜ ਹੀ ਨਹੀਂ ਚੜਿਆ। ਤੇ ਉਸ ਮਨੁੱਖ ਨੂੰ ਕੀ ਕਵਾਂਗੇ? ਆ ਭਾਗਾ ਹੀ ਕਿਹਾ ਜਾ ਸਕਦਾ ਨਾ।
ਤੇ ਸਾਹਿਬ ਜੀ ਕਹਿਣ ਲੱਗੀ ਇਸੇ ਤਰ੍ਹਾਂ ਮਨੁੱਖ ਆ ਹਉਮੈ ਦੀ ਕੋਠੜੀ ਦੇ ਵਿੱਚ ਬੈਠਾ ਹੋਇਆ ਹੈ, ਅਹੰਕਾਰ ਦੀ ਕੋਠੜੀ ਦੇ ਵਿੱਚ ਬੈਠਾ ਹੋਇਆ ਹੈ ਤੇ ਕਹਿ ਰਿਹਾ ਗੁਰੂ ਨੇ ਮੇਰੇ ਤੇ ਦਇਆ ਨਹੀਂ ਕੀਤੀ, ਗੁਰੂ ਨੇ ਤਰਸ ਨਹੀਂ ਖਾਦਾ। ਔਰ ਗੁਰੂ ਤਾਂ ਸਦਾ ਹੀ ਦਇਆਵਾਨ ਹੈ। ਕਦੇ ਤੁਸੀਂ ਹਉਮੈ ਦੀ ਇਸ ਕੋਠੜੀ ਤੋਂ ਬਾਹਰ ਆ ਕੇ ਤਾਂ ਦੇਖ, ਕਦੇ ਦਰਵਾਜ਼ੇ ਖੋਲ ਕੇ ਤਾਂ ਵੇਖ ਬਾਹਰ ਕਿਵੇਂ ਸੂਰਜ ਦਾ ਪ੍ਰਕਾਸ਼ ਹੈ। ਕਦੇ ਤੂੰ ਆਪਣੀ ਹਉਮੈ ਦੀ ਕੋਠੜੀ ਦੇ ਵਿੱਚੋਂ ਬਾਹਰ ਆ ਕੇ ਵੇਖ ਗੁਰੂ ਕਿਵੇਂ ਰਹਿਮਤਾਂ ਕਰਦਾ ਹੈ, ਕਿਵੇਂ ਬਖਸ਼ਿਸ਼ਾਂ ਕਰਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ ਭਾਈ ਆ ਭਾਗੇ ਵਿਅਕਤੀ ਬਿਨਾਂ ਭਾਗਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਸਤਿਗੁਰੂ ਤਾਂ ਇੱਕੋ ਨਜ਼ਰ ਦੇ ਨਾਲ ਸਾਰਿਆਂ ਨੂੰ ਵੇਖ ਰਿਹਾ ਹੈ, ਇੱਕੋ ਜੀ ਦ੍ਰਿਸ਼ਟੀ ਕਰਦਾ ਹੈ, ਪਰ ਫਰਕ ਇਹਨਾਂ ਜਿਹੋ ਜਿਹਾ ਕੋਈ ਗੁਰੂ ਦੇ ਨਾਲ ਪਿਆਰ ਕਰਦਾ ਹੈ ਤੇ ਉਹ ਜੀ ਦਾਤ ਪ੍ਰਾਪਤ ਕਰ ਲੈਂਦਾ ਹੈ। ਜਿੰਨਾ ਕੁ ਕੋਈ ਵੱਧ ਪ੍ਰੇਮ ਕਰਦਾ ਉਹਨੀਆਂ ਵੱਧ ਦਾਤਾਂ ਉਹਨੂੰ ਮਿਲ ਜਾਂਦੀਆਂ, ਜਿੰਨਾ ਘੱਟ ਪ੍ਰੇਮ ਕਰਦਾ ਘੱਟ ਦਾਤਾਂ ਮਿਲ ਜਾਣਗੀਆਂ। ਜਿੰਨੀ ਕੁ ਕਿਸੇ ਨੇ ਪ੍ਰੇਮ ਦੀ ਝੋਲੀ ਫੈਲਾਈ ਹੈ ਤੇ ਓਨੀਆਂ ਹੀ ਦਾਤਾਂ ਉਹਦੀ ਝੋਲੀ ਵਿੱਚ ਪਈਆਂ ਨੇ। ਕਿਸੇ ਨੇ ਬੁੱਕ ਕੀਤਾ ਤੇ ਉਹਦੇ ਬੁੱਕ ਦੇ ਸਮਰੱਥਾ ਮੁਤਾਬਕ ਉਹਨੂੰ ਦਾਤਾਂ ਮਿਲੀਆਂ, ਕਿਸੇ ਨੇ ਆਪਣਾ ਪੱਲਾ ਅੱਡਿਆ ਤੇ ਉਸ ਪੱਲੇ ਦੀ ਤਰ੍ਹਾਂ ਉਹਨੂੰ ਦਾਤਾਂ ਪ੍ਰਾਪਤ ਹੋਈਆਂ ਨੇ। ਤੇ ਸਾਹਿਬ ਜੀ ਕਹਿਣ ਲੱਗੇ ਜਿੰਨੀ ਕੁ ਕਿਸੇ ਨੇ ਆਪਣੇ ਹਿਰਦੇ ਨੂੰ ਵਿਸ਼ਾਲ ਕੀਤਾ ਹੈ, ਅੰਦਰ ਪ੍ਰੇਮ ਰੱਖਿਆ ਹੈ, ਤੇ ਉਸੇ ਤਰ੍ਹਾਂ ਉਹਨਾਂ ਨੂੰ ਦਾਤਾਂ ਪ੍ਰਾਪਤ ਹੋਈਆਂ ਹਨ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੋ ਆਪ ਗਵਾਈਐ। ਸਾਹਿਬ ਜੀ ਕਹਿਣ ਲੱਗੇ हे ਨਾਨਕ ਆਖ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਨਾਮ ਅੰਦਰ ਉਦੋਂ ਆ ਕਰਕੇ ਵਸਦਾ ਹੈ ਜਦੋਂ ਵਿੱਚੋਂ ਆਪ ਗਵਾਈਏ, ਜਦੋਂ ਆਪਣਾ ਆਪਾ ਅੰਦਰੋਂ ਖਤਮ ਕਰ ਦਈਏ, ਜਦੋਂ ਆਪਣਾ ਆਪਾ ਮਿਟਾ ਦਿੱਤਾ ਨਾ। ਫਿਰ ਸਾਹਿਬ ਜੀ ਕਹਿਣ ਲੱਗੇ ਨਾਨਕ ਨਾਮ ਵਸੈ ਮਨ ਅੰਤਰ, ਫਿਰ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਆ ਕੇ ਵਸਦਾ ਹੈ, ਨਾਮ ਆ ਕੇ ਟਿਕਦਾ ਹੈ। ਜਦੋਂ ਵਿੱਚੋਂ ਆਪ ਗਵਾਈਏ ਆਪਣਾ ਆਪਾ ਖੋ ਦਿੱਤਾ ਜਾਂਦਾ ਹੈ, ਆਪਣੀ ਹਸਤੀ ਨੂੰ ਮਿਟਾ ਦਿੱਤਾ ਜਾਂਦਾ ਹੈ। ਮਿਟਾ ਦੇ ਆਪਣੀ ਹਸਤੀ को अगर कस मर्तबा चाहता है कि दाना खाक में मिलकर गुले गुलजार होता है। ਜਦੋਂ ਆਪਣੀ ਹਸਤੀ ਨੂੰ ਮਿਟਾ ਦਿੱਤਾ ਨਾ, ਮੈਂ ਮੇਰੀ ਨੂੰ ਤਿਆਗ ਦਿੱਤਾ, ਫਿਰ ਅੰਦਰ ਨਾਮ ਆ ਕੇ ਵਸੇਗਾ। ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋਣਗੇ। ਸਤਿਗੁਰੂ ਰਹਿਮਤਾਂ ਕਰਨ, ਕਿਰਪਾ ਕਰਨ, ਸਾਨੂੰ ਗੁਰੂ ਉਪਦੇਸ਼ਾਂ ਦੇ ਅਨੁਸਾਰ ਜੀਵਨ ਜਿਉਣ ਦੀ ਜਾਚ ਆ ਜਾਵੇ। ਦਾਸ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦਾ ਜਾਚਕ ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਹੁਣ ਕੁਝ ਪਲ ਵਾਹਿਗੁਰੂ ਗੁਰੂ ਮੰਤਰ ਦੇ ਸਿਮਰਨ ਦੇ ਵਿੱਚ ਜੁੜੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।